ਅੱਜ ਦਾ ਵਿਚਾਰ ਪ੍ਰੋਗਰਾਮ 'ਚ ਤੁਹਾਡਾ ਸਭ ਦਾ ਸਵਾਗਤ ਹੈ। ਸਤਿ ਸ੍ਰੀ ਅਕਾਲ, ਨਮਸਕਾਰ। ਮੈਂ ਹਾਂ ਬਲਬੀਰ ਜੰਡੂ ਤੇ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਅਤੇ ਮੇਰੇ ਸਹਿਯੋਗੀ ਬਲਵਿੰਦਰ ਜੰਮੂ ਜੀ। ਤੇ ਅੱਜ ਦੇ ਪ੍ਰੋਗਰਾਮ ਦੇ ਸਾਡੇ ਵਿਸ਼ੇਸ਼ ਮਹਿਮਾਨ ਨੇ ਸਰਦਾਰ ਮਨਿੰਦਰਪਾਲ ਸਿੰਘ ਬਰਾੜ ਜੀ, ਜਿਹੜੇ ਕਿ ਅਕਾਲੀ ਦਲ ਡੈਮੋਕ੍ਰੈਟਿਕ ਦੇ ਆਫਿਸ ਸੈਕਟਰੀ ਨੇ, ਬੁਲਾਰੇ ਨੇ। ਤਾਂ ਅਸੀਂ ਅੱਜ ਜਿਹੜੀ ਗੱਲਬਾਤ ਕਰਾਂਗੇ ਉਹ ਇੱਕ ਤਾਂ ਕਿ ਸ਼੍ਰੋਮਣੀ ਕਮੇਟੀ ਦਾ ਜਿਸ ਤਰ੍ਹਾਂ ਸਥਾਪਨਾ ਵਰ੍ਹਾ ਜਿਹੜਾ ਹੈਗਾ 100 ਸਾਲਾ ਸ਼ਤਾਬਦੀ ਦਾ ਜਿਹੜਾ ਉਹ ਚੱਲ ਰਿਹਾ ਹੈਗਾ, ਉਸ ਦੇ ਸਬੰਧ ਦੇ ਵਿੱਚ ਜਿਸ ਤਰ੍ਹਾਂ ਅਕਾਲ ਤਖਤ ਦੇ ਜਥੇਦਾਰ ਨੇ ਜੋ ਕੁਛ ਉਸ ਸਮਾਗਮ ਦੇ ਵਿੱਚ ਬੋਲਿਆ, ਕਿਆ ਬਿਆਨ ਦਿੱਤੇ, ਉਸ ਨੂੰ ਲਵਾਂਗੇ। ਔਰ ਕਿਸ ਤਰ੍ਹਾਂ ਜਿਹੜੀ ਚਰਚਾ ਇਹ ਹੋ ਰਹੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਦੋਂ ਸਥਾਪਨਾ ਦੀ ਸ਼ਤਾਬਦੀ ਮਨਾਈ ਜਾ ਰਹੀ ਹੈ ਤਾਂ ਉਸ ਸਮੇਂ ਕੋਈ ਵੀ ਇਸ ਤਰ੍ਹਾਂ ਦਾ ਲੇਖਾ ਜੋਖਾ ਨਹੀਂ ਕੀਤਾ ਗਿਆ ਕਿ ਕੀ ਕਮੀਆਂ ਨੇ, ਕਿੱਥੇ ਅਸਫਲਤਾਵਾਂ ਹੋਈਆਂ ਤੇ ਕੀ ਪ੍ਰਾਪਤੀਆਂ, ਇਹਨਾਂ ਦਾ ਕਿਤੇ ਕੋਈ ਬਹੁਤਾ ਜ਼ਿਕਰ ਨਹੀਂ ਆਇਆ। ਔਰ ਹੋਰ ਵੀ ਇਸ ਦੇ ਵਿੱਚ ਜੋ ਗੱਲਾਂ ਉੱਥੇ ਆਈਆਂ ਸਾਹਮਣੇ, ਔਰ ਜਿਸ ਦਾ ਬਕਾਇਦਾ ਜਿਹੜੇ ਅਕਾਲ ਤਖਤ ਦੇ ਸਾਬਕਾ ਜਥੇਦਾਰ ਹੈ ਭਾਈ ਰਣਜੀਤ ਸਿੰਘ, ਉਹਨਾਂ ਨੇ ਵੀ ਬੜਾ ਮੋੜਵਾਂ ਜਵਾਬ ਦਿੱਤਾ ਹੈ ਜੋ ਕੁਝ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਣਾ ਕਿਹਾ। ਪਰ ਇੱਥੇ ਅਸੀਂ ਹੁਣ ਗੱਲ ਕਰਾਂਗੇ ਕਿ ਅਕਾਲੀ ਦਲ ਡੈਮੋਕ੍ਰੈਟਿਕ ਜਦੋਂ ਹੋਂਦ ਵਿੱਚ ਆਇਆ ਤਾਂ ਉਸ ਤੋਂ ਬਾਅਦ ਅਕਾਲੀ ਦਲ ਡੈਮੋਕ੍ਰੈਟਿਕ ਨੇ ਜਿਸ ਢੰਗ ਨਾਲ ਪੰਜਾਬ ਦੇ ਵਿੱਚ ਆਪਣੀਆਂ ਸਰਗਰਮੀਆਂ ਵਧਾਈਆਂ ਔਰ ਉਸ ਨੂੰ ਜਿਸ ਤਰ੍ਹਾਂ ਦਾ ਹੰਗਾਰਾ ਮਿਲਿਆ, ਔਰ ਬਕਾਇਦਾ ਉਹਨਾਂ ਦੇ ਜਿਹੜੇ ਪ੍ਰਧਾਨ ਨੇ ਸਰਦਾਰ ਸੁਖਦੇਵ ਸਿੰਘ ਢੀਂਡਸਾ ਹੋਣੀ, ਉਹਨਾਂ ਨੇ ਇਸ ਗੱਲ ਦਾ ਐਲਾਨ ਵੀ ਕੀਤਾ ਸੀ ਜਦੋਂ ਪਾਰਟੀ ਬਣਾਈ ਸੀ ਕਿ ਅਸੀਂ ਬਕਾਇਦਾ ਜਿਹੜੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਉਹ ਲੜਾਂਗੇ ਔਰ ਉੱਥੋਂ ਬਾਦਲ ਪਰਿਵਾਰ ਦਾ ਕਬਜ਼ਾ ਖਤਮ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਉਦੇਸ਼ ਸੀ, ਜਿਹੜੀਆਂ ਰਵਾਇਤਾਂ ਸੀ, ਜਿਹੜੇ ਸਿਧਾਂਤ ਸੀ, ਜਿਹੜੇ ਅਸੂਲ ਸੀ, ਉਹਨਾਂ ਤੇ ਪਹਿਰਾ ਦੇਵਾਂਗੇ ਔਰ ਉੱਥੇ ਇਸ ਗੱਲ ਲਈ ਸਾਰਾ ਅਸੀਂ ਆਪਣੇ ਯਤਨ ਕਰਾਂਗੇ। ਸੋ ਮੈਂ ਬਰਾੜ ਸਾਹਿਬ ਨੂੰ ਪੁੱਛਣਾ ਚਾਹਾਂਗਾ ਕਿ ਬਰਾੜ ਸਾਹਿਬ, ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਥਾਪਨਾ ਦੀ ਸ਼ਤਾਬਦੀ ਦਾ ਜਿਹੜਾ ਸਮਾਗਮ ਹੋਇਆ, ਉਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ? ਜੰਡੂ ਸਾਹਿਬ, ਜੰਮੂ ਸਾਹਿਬ ਅਤੇ ਸਮੂਹ ਸਰੋਤਾਗਣ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੰਡੂ ਸਾਹਿਬ, ਤੁਸੀਂ ਬਹੁਤ ਵਧੀਆ ਤਰੀਕੇ ਨਾਲ ਜਿਹੜਾ ਸਾਰਾ ਡਿਟੇਲ ਦੱਸੀ ਹੈ, ਔਰ ਤੁਸੀਂ ਜਿਹੜਾ ਮੈਨੂੰ ਸਵਾਲ ਕੀਤਾ ਅਕਾਲੀ ਦਲ ਡੈਮੋਕ੍ਰੈਟਿਕ ਇਸ ਗੱਲ ਨੂੰ ਕਿਵੇਂ ਲੈਂਦਾ ਹੈ। ਜਥੇਦਾਰ ਅਕਾਲ ਤਖਤ ਸਾਡੇ ਵਾਸਤੇ ਬਹੁਤ ਹੀ ਸਤਿਕਾਰਯੋਗ ਇੱਕ ਪਦਵੀ ਹੈ। ਸਾਰੀ ਸਿੱਖ ਕੌਮ ਅਕਾਲ ਤਖਤ ਨੂੰ ਸਮਰਪਿਤ ਹੋਣ ਕਰਕੇ ਜਥੇਦਾਰ ਸਾਹਿਬਾਨ ਦਾ ਬਹੁਤ ਸਾਡੇ ਮਨ 'ਚ ਸਤਿਕਾਰ ਹੈ ਔਰ ਹੋਣਾ ਵੀ ਚਾਹੀਦਾ ਜੀ। ਪਰ ਮੈਂ ਸਮਝਦਾ ਜਿਹੜਾ ਇਹ 100 ਸਾਲਾ ਸਥਾਪਨਾ ਦਿਵਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮਨਾਇਆ ਹੈ, ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਾਲਾਨਾ ਸਮਾਗਮ ਨਾ ਹੋ ਕੇ ਅਕਾਲੀ ਦਲ ਦਾ ਹੀ ਮੈਂ ਸਮਝਦਾ ਇਹ ਸਮਾਗਮ ਹੋ ਨਿਬੜਿਆ। ਸ਼੍ਰੋਮਣੀ ਅਕਾਲੀ ਦਲ ਬਾਦਲ ਦਾ, ਸ਼੍ਰੋਮਣੀ ਅਕਾਲੀ ਦਲ ਬਾਦਲ ਦਾ, ਅਕਾਲੀ ਦਲ ਵੀ ਮੈਨੂੰ ਮੇਰੇ ਹਿਸਾਬ ਨਾਲ ਤਾਂ ਨਹੀਂ ਕਹਿਣਾ ਚਾਹੀਦਾ, ਬਾਦਲ ਦਲ ਦਾ ਹੋ ਨਿਬੜਿਆ। ਜੀ ਜੀ। ਕਿਉਂਕਿ ਹੋਰ ਤਾਂ ਚਲੋ ਬੁਲਾਰੇ, ਸਭ ਤੋਂ ਪਹਿਲੀ ਗੱਲ ਤਾਂ ਉਹਨਾਂ ਨੇ ਸਵਾਏ ਅਕਾਲੀ ਦਲ ਜਾਂ ਅਕਾਲੀ ਦਲ ਨਾਲ ਸੰਬੰਧਿਤ ਜਿਹੜੀਆਂ ਧਿਰਾਂ ਨੇ ਉਹਨਾਂ ਤੋਂ ਸਵਾਏ ਕਿਸੇ ਵੀ ਸਾਂਝੀ ਧਿਰ ਨੂੰ ਸੱਦਾ ਨਹੀਂ ਦਿੱਤਾ, ਕਿਸੇ ਨੂੰ ਬੁਲਾਇਆ ਨਹੀਂ, ਕਿਸੇ ਨੂੰ ਆਉਣ ਵਾਸਤੇ ਨਹੀਂ ਕਿਹਾ ਜੀ। ਸਿਰਫ ਜਿਹੜੀਆਂ ਸੰਪਰਦਾਵਾਂ ਜਾਂ ਜਿਹੜੇ ਵੀ ਕੋਈ ਵੀ ਕਿਸੇ ਕਿਸਮ ਦੀਆਂ ਜਿਹੜੀਆਂ ਧਾਰਮਿਕ ਜਥੇਬੰਦੀਆਂ ਜਾਂ ਜਿੰਨੀਆਂ ਵੀ ਕੋਈ ਸਮਾਜਿਕ ਜਥੇਬੰਦੀਆਂ ਬਾਦਲ ਦਲ ਨਾਲ ਜੁੜੀਆਂ ਹੋਈਆਂ, ਸਿਰਫ ਉਹਨਾਂ ਨੂੰ ਸੱਦਾ ਪੱਤਰ ਦੇ ਕੇ ਬੁਲਾਇਆ ਗਿਆ। ਔਰ ਬੜਾ ਇੱਕ ਛੋਟਾ ਜਿਹਾ ਸਮਾਗਮ, 100 ਸਾਲਾ ਸਮਾਗਮ ਹੋਣਾ ਤਾਂ ਇਹ ਚਾਹੀਦਾ ਸੀ ਵੀ ਇਹ ਸ਼ਤਾਬਦੀ ਸਮਾਰੋਹ ਚੱਲਦੇ, ਹਫ਼ਤਾ ਚੱਲਦੇ, 10 ਦਿਨ ਚੱਲਦੇ, ਮਹੀਨਾ ਚੱਲਦੇ, ਜਿਵੇਂ ਆਪਾਂ ਨੇ 550 ਸਾਲਾ ਆਪਣਾ ਗੁਰੂ ਨਾਨਕ ਦੇਵ ਜੀ ਦਾ ਮਨਾਇਆ ਪਿਛਲੀ ਵਾਰੀ, ਸਰਕਾਰ ਵੀ ਇਨਵੋਲਵ ਹੁੰਦੀ, ਸਾਰਾ ਕੁਝ ਹੁੰਦਾ। ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਕੱਲੇ ਅਕਾਲੀ ਦਲ ਦੀ ਨਹੀਂ ਹੈ, ਇਹ ਸਿੱਖ ਕੌਮ ਦੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੈਸੇ ਵੀ ਬਰਾੜ ਸਾਹਿਬ ਉਹਨੂੰ ਮਿੰਨੀ ਪਾਰਲੀਮੈਂਟ ਕਿਹਾ ਜਾਂਦਾ, ਮਿੰਨੀ ਪਾਰਲੀਮੈਂਟ ਵੀ ਕਿਹਾ ਜਾਂਦਾ ਹੈ। ਜੰਡੂ ਸਾਹਿਬ, ਦੁਨੀਆ 'ਚ ਇੱਕੋ ਇੱਕ ਧਰਮ ਦੀ ਜਥੇਬੰਦੀ ਹੈ ਜਿਹਦੀ ਚੋਣ ਹੁੰਦੀ ਹੈ ਔਰ ਡੈਮੋਕ੍ਰੈਟਿਕ ਤਰੀਕੇ ਨਾਲ ਜਿਹਦੇ ਮੈਂਬਰ ਚੁਣੇ ਜਾਂਦੇ ਨੇ, ਔਰ ਉਹ ਬੜੀ ਦੇਰ ਤੋਂ ਚੱਲਦਾ ਆ ਰਿਹਾ ਹੈ। ਚਲੋ ਆਪਾਂ ਪਿਛਲੇ 10-15 ਸਾਲਾਂ ਦੀ ਗੱਲ ਆਪਾਂ ਬਾਅਦ 'ਚ ਕਰਦੇ ਹਾਂ, ਪਹਿਲਾਂ ਜਿਹੜਾ ਤੁਸੀਂ ਸਵਾਲ ਕੀਤਾ ਮੈਂ ਉਹਦਾ ਪੂਰਾ ਜਵਾਬ ਦੇਵਾਂ। ਸੋ ਦੂਜੇ ਬੁਲਾਰਿਆਂ ਨੇ ਜਾਂ ਜੋ ਵੀ ਜਿਹੜੇ ਪ੍ਰਧਾਨ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ, ਗੋਬਿੰਦ ਸਿੰਘ ਜੀ ਲੌਂਗੋਵਾਲ, ਉਹ ਹਿਸਟਰੀ ਨਹੀਂ ਦੱਸ ਸਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਿ ਪਿਛਲੇ 100 ਸਾਲਾਂ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮਾਨਮਤਾ ਇਤਿਹਾਸ ਹੈ, ਉਹਦੇ ਤਰਤੀਬਵਾਰ ਕੀ ਉਹਦੇ ਸਾਰੇ ਕੰਮ ਹੋਏ ਨੇ, ਕਿਵੇਂ ਕੁਰਬਾਨੀਆਂ ਹੋਈਆਂ ਨੇ। ਲੌਂਗੋਵਾਲ ਸਾਹਿਬ ਕੁਝ ਵੀ ਨਹੀਂ ਦੱਸ ਸਕੇ। ਭਾਈ ਹਰਪ੍ਰੀਤ ਸਿੰਘ, ਜਥੇਦਾਰ ਹਰਪ੍ਰੀਤ ਸਿੰਘ ਜੀ ਨੇ ਬਹੁਤ ਵਧੀਆ ਤਰੀਕੇ ਨਾਲ ਹਿਸਟਰੀ ਦੱਸੀ, ਮੈਂ ਇਸ ਗੱਲ ਦਾ ਉਹਨਾਂ ਦੀ ਸ਼ਲਾਘਾ ਕਰਦਾ। ਪਰ ਅਖੀਰ ਤੇ ਹੋ ਕੇ ਪਤਾ ਨਹੀਂ ਕਿਸੇ ਘਬਰਾਹਟ ਸੀ, ਪਤਾ ਨਹੀਂ ਕੋਈ ਮਜਬੂਰੀ ਸੀ, ਪਤਾ ਨਹੀਂ ਕੋਈ ਪ੍ਰੈਸ਼ਰ ਸੀ, ਉਹ ਇੱਕ ਤਰ੍ਹਾਂ ਅਕਾਲੀ ਦਲ ਦੇ ਬੁਲਾਰੇ ਹੋਏ ਨਿਬੜੇ। ਜੀ ਜੀ।
ਉਹਨਾਂ ਨੇ ਐਸੇ ਬਿਆਨ 2-3 ਬਿਆਨ ਗਲਤ ਕੰਟਰਾਵਰਸ਼ਲ ਕੀਤੇ ਜਿਹੜੇ ਮੈਂ ਸਮਝਦਾ ਮਸਲਨ ਨਹੀਂ ਸੀ ਕਰਨੇ ਚਾਹੀਦੇ। ਜਿਵੇਂ ਉਹਨਾਂ ਨੇ ਕਿਹਾ ਜੀ ਸ਼੍ਰੋਮਣੀ ਅਕਾਲੀ ਦਲ ਪੁੱਤ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮਾਂ ਹੈ ਜੀ। ਮੈਂ ਸਮਝਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਿੱਖ ਕੌਮ ਪੁੱਤ ਹੈ, ਜੇ ਆਪਾਂ ਚਲੋ ਉਸ ਗੱਲ ਮਗਰ ਜਾਈਏ। ਸੋ ਸਿੱਖ ਕੌਮ ਨੂੰ ਉਹ ਦੀ ਸਰਪ੍ਰਸਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਹਿ ਸਕਦੇ ਜਥੇਦਾਰ ਸਾਹਿਬ, ਕੱਲੇ ਅਕਾਲੀ ਦਲ ਨੂੰ ਨਹੀਂ ਸੀ ਕਹਿ ਸਕਦੇ, ਚਾਹੇ ਕੋਈ ਅਕਾਲੀ ਦਲ ਹੈ। ਜੀ ਜੀ। ਮੈਂ ਕੱਲੇ ਬਾਦਲ ਦਲ ਦੀ ਨਹੀਂ ਕਰਦਾ, ਚਾਹੇ ਡੈਮੋਕ੍ਰੈਟਿਕ ਅਕਾਲੀ ਦਲ ਹੈ, ਚਾਹੇ ਹੋਰ ਅਕਾਲੀ ਦਲ ਨੇ। ਕੱਲਾ ਅਕਾਲੀ ਦਲ ਨਹੀਂ ਨੁਮਾਇੰਦਗੀ ਕਰਦਾ ਸਿੱਖ ਕੌਮ ਦੀ। ਇਹ ਠੀਕ ਹੈ ਕਿ ਬਹੁਤ ਵੱਡਾ ਹਿੱਸਾ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਹੈ ਸਿੱਖਾਂ ਦਾ, ਬਟ ਫਿਰ ਵੀ ਸਿੱਖ ਹੋਰ ਪਾਰਟੀਆਂ 'ਚ ਵੀ ਬੈਠੇ ਨੇ। ਔਰ ਜੋ ਅਕਾਲ ਤਖਤ ਸਾਹਿਬ ਹੈ, ਔਰ ਜੋ ਸ਼੍ਰੀ ਅਕਾਲ ਤਖਤ ਸਾਹਿਬ ਹੈ, ਔਰ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਇਹ ਸਾਰੀ ਸਿੱਖ ਕੌਮ ਦੀ ਨੁਮਾਇੰਦਗੀ ਕਰਦੀ ਹੈ। ਸਾਰੀ ਸਿੱਖ ਕੌਮ ਨੂੰ ਆਪਦੇ ਕਲੱਬ 'ਚ ਲੈ ਕੇ ਚੱਲਣਾ ਚਾਹੀਦਾ ਸੀ ਜਥੇਦਾਰ ਅਕਾਲ ਤਖਤ ਸਾਹਿਬ ਨੂੰ। ਦੂਸਰਾ ਉਹਨਾਂ ਨੇ ਬਿਆਨ ਇਹ ਦਿੱਤਾ ਕਿ ਜੀ ਜਿੰਨੀਆਂ ਵੀ ਧਿਰਾਂ ਵਿਰੋਧ ਕਰਦੀਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹੀ ਕਿਹਾ ਉਹਨਾਂ ਨੇ, ਇਹ ਨਹੀਂ ਕਿਹਾ ਉਹਨਾਂ ਨੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਮਾੜੇ ਇੰਤਜ਼ਾਮ ਨੇ ਜਾਂ ਜੋ ਉਹਦੇ ਤੇ ਦੋਸ਼ ਲੱਗਦੇ ਨੇ ਉਹ ਨਹੀਂ ਗੱਲ ਕਹੀ। ਇਹ ਗੱਲ ਕਹੀ ਵੀ ਜਿਹੜੇ ਵੀ ਉਹਦਾ ਵਿਰੋਧ ਕਰਦੇ ਨੇ, ਜਿੰਦੇ ਲਾਉਂਦੇ ਨੇ ਅਕਾਲ ਤਖਤ ਸਾਹਿਬ ਨੂੰ, ਆਪਣਾ ਗੁਰਦੁਆਰਾ ਹਰਿਮੰਦਰ ਸਾਹਿਬ ਦੀ ਹਦੂਦ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰਾਂ ਨੂੰ, ਉਹਨਾਂ ਨੂੰ ਮਹੰਤਾਂ ਵਾਂਗੂ ਡਾਂਗਾ ਨਾਲ ਕੁੱਟ ਕੇ ਭਜਾਉਣਾ ਚਾਹੀਦਾ। ਮੈਂ ਤੁਹਾਡੇ ਕੋਲ ਆਉਣਾ ਬਰਾੜ ਸਾਹਿਬ, ਜੰਮੂ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ? ਦੇਖੋ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮਾਣਮੱਤਾ ਇਤਿਹਾਸ ਰਿਹਾ ਹੈ। ਉਹਨਾਂ ਨੂੰ ਚਾਹੀਦਾ ਹੈ ਕਿ 100 ਸਾਲਾਂ ਦਾ ਜਿਹੜਾ ਇਤਿਹਾਸ ਹੈ ਉਹਦੇ ਉੱਪਰ ਗੌਰ ਕੀਤੀ ਜਾਂਦੀ ਵੀ ਕਿੱਥੋਂ ਸ਼ੁਰੂ ਹੋਏ ਸੀ, ਕਿੱਥੇ ਪਹੁੰਚੇ ਆ, ਕਿੱਧਰ ਨੂੰ ਜਾ ਰਹੇ ਆ। ਜੀ ਜੀ। ਇਹਨੂੰ ਕੇਵਲ ਇੱਕ ਧਿਰ ਤੱਕ ਸੀਮਿਤ ਕਰਨਾ ਟੋਟਲ ਜਿਹੜਾ ਇਤਿਹਾਸ ਆ ਉਹਦੇ ਨਾਲ ਬੇਇਨਸਾਫੀ ਹੈ, ਉਹਦੇ ਨਾਲ ਇਨਸਾਫ ਨਹੀਂ ਕੀਤਾ ਗਿਆ। ਇਸ ਮੁੱਦੇ ਦੇ ਉੱਪਰ ਚਾਹੀਦਾ ਇਹ ਸੀ ਵੀ ਸਾਰੀਆਂ ਧਿਰਾਂ ਨੂੰ ਬੁਲਾਇਆ ਜਾਂਦਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਦੂਜੀਆਂ ਧਿਰਾਂ ਵੀ ਨੇ, ਉਹਨਾਂ ਦੇ ਵੀ ਮੈਂਬਰ ਨੇ, ਤੇ ਇਹਨੂੰ ਸਿਰਫ ਬਾਦਲ ਦਲ ਤੱਕ ਮਹਿਦੂਦ ਕਰ ਦੇਣਾ ਇਹ ਗਲਤ ਰਵਾਇਤ ਸਥਾਪਿਤ ਕੀਤੀ ਗਈ। ਇਸ ਦੇ ਨਾਲ ਜਿਹੜਾ ਇਹਦੇ ਟਕਰਾਅ ਹੁੰਦੇ ਰਹਿਣਗੇ। ਪਰ ਜੰਮੂ ਜੀ ਅਕਾਲ ਤਖਤ ਦੇ ਜਥੇਦਾਰ ਨੇ ਵੀ ਤਾਂ ਉਸੇ ਤੇ ਹੀ ਮੋਹਰ ਲਾਤੀ। ਜਿਹੜੀ ਅਕਾਲ ਤਖਤ ਦੇ ਜਥੇਦਾਰ ਨੇ ਇੱਕ ਗੱਲ ਜਿਹੜੀ ਉਹਨੂੰ ਤਾਂ ਸਰਵ ਸਾਂਝਾ ਰਹਿਣਾ ਚਾਹੀਦਾ ਸੀ। ਸਰਵ ਸਾਂਝਾ ਰਹਿਣ ਦੀ ਥਾਂ ਤੇ ਇੱਕ ਗੱਲ ਆਉਂਦੀ ਹੈ, ਵਾਰ-ਵਾਰ ਆਉਂਦੀ ਹੈ ਵੀ ਇਸ ਵੇਲੇ ਜਿਹੜੇ ਪਿਛਲੇ ਕੁਝ ਸਾਲਾਂ ਤੋਂ ਜਿਹੜੇ ਜਥੇਦਾਰ ਨੇ ਉਹ ਅਲਟੀਮੇਟਲੀ ਜਿਹੜੇ ਆ ਨਾ SGPC ਦੇ ਮੁਲਾਜ਼ਮ ਬਣ ਜਾਂਦੇ। ਜਦੋਂ ਮਤਲਬ ਉਹਨਾਂ ਦਾ ਕੋਈ ਸਿਲੈਕਸ਼ਨ ਦਾ ਕੋਈ ਹੋਰ ਕ੍ਰਾਈਟੇਰੀਆ ਜਿਹੜਾ ਬਣਾਉਣ ਦੀ ਲੋੜ ਹੈ ਵੀ ਜਥੇਦਾਰ ਬਣੇ ਕੌਣ। ਅਕਾਲ ਤਖਤ ਦਾ ਜਥੇਦਾਰ ਕਿਉਂ ਸ਼ਖਸੀਅਤ ਹੋਵੇ, ਕੋਈ ਇੰਡੀਪੈਂਡੈਂਟ ਹੋਣਾ ਚਾਹੀਦਾ। ਅਦਰਵਾਈਜ਼ ਤਾਂ ਇੱਕ ਮੁਲਾਜ਼ਮ ਵਾਲੀ ਹੈਸੀਅਤ ਬਣਨ ਨਾਲ ਉਹਨਾਂ ਦਾ ਆਪਣਾ ਰੁਤਬੇ ਦਾ ਉਹ ਮਾਣ ਮਰਿਆਦਾ ਨਹੀਂ ਰਹਿੰਦੀ। ਇਸ ਕਰਕੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਇਹਦੇ ਉੱਪਰ ਗੌਰ ਕਰਨੀ ਚਾਹੀਦੀ, ਸੋਚਣਾ ਚਾਹੀਦਾ। ਉਹਦਾ ਜਿਹੜਾ ਸੰਦੇਸ਼ ਆ, ਉਹਦਾ ਜਿਹੜਾ ਸੁਨੇਹਾ ਉਹ ਪੂਰੀ ਕੌਮ ਤੱਕ ਜਾਂਦਾ, ਖਲਕਤ ਤੱਕ ਜਾਂਦਾ। ਇਹ ਜੇ ਕੋਈ ਸਿੱਖੀ ਦਾ ਪਸਾਰ ਕਰਨਾ ਉਸ ਐਂਗਲ ਤੋਂ ਸੁਣਨਾ ਚਾਹੀਦਾ, ਉਸ ਐਂਗਲ ਤੋਂ ਹੀ ਗੱਲ ਕਰਨੀ ਚਾਹੀਦੀ ਹੈ। ਬਾਬੇ ਨਾਨਕ ਦੀ ਜਿਹੜੀ ਬਾਣੀ ਹੈ ਉਹ ਖਲਕਤ ਦੀ ਗੱਲ ਕਰਦੀ ਹੈ, ਉਹ ਦੁਨੀਆ ਦੀ ਗੱਲ ਕਰਦੀ ਹੈ, ਤੇ ਤੁਸੀਂ ਕੇਵਲ ਆਪਣੇ ਤੱਕ ਇਹਨੂੰ ਮਹਿਦੂਦ ਕਰ ਲਓ, ਇਹ ਠੀਕ ਨਹੀਂਗਾ। ਇਹਦਾ ਪਸਾਰ ਹੋਣਾ ਚਾਹੀਦਾ, ਪਸਾਰ ਕਰਨੇ ਜਿਹੜਾ ਅੱਗੇ ਵਧਣਾ ਚਾਹੀਦਾ, ਤੇ ਲੋਕਾਈ ਦੇ ਭਲੇ ਲਈ ਕੋਈ ਕੰਮ ਹੋਣੇ ਚਾਹੀਦੇ ਸੀ। ਇਹ ਕਹਿਣਾ ਚਾਹੀਦਾ ਸੀ ਵੀ ਸਮਾਜ ਨੂੰ, ਸਿੱਖੀ ਨੂੰ ਆਹ ਸਮੱਸਿਆਵਾਂ ਦਰਪੇਸ਼ ਨੇ, ਇਹਨਾਂ ਸਮੱਸਿਆ ਜਿਹੜੀਆਂ ਇਹ ਵੱਡੀਆਂ ਚੁਣੌਤੀਆਂ ਨੇ। ਕਿਸ ਪਾਸੇ ਤੁਰਨਾ ਚਾਹੀਦਾ? ਪਹਿਲਾਂ ਤਾਂ ਇਹਨਾਂ ਦੀ ਨਿਸ਼ਾਨਦੇਹੀ ਕੀਤੀ ਜਾਣੀ ਚਾਹੀਦੀ ਸੀਗੀ। ਅਸੀਂ ਕੋਈ ਨਿਸ਼ਾਨਦੇਹੀ ਨਹੀਂ ਕੀਤੀ। ਉਹਦੇ ਭਾਸ਼ਣਾਂ ਚੋਂ ਜਿੰਨੇ ਭਾਸ਼ਣ ਹੋਏ ਕੋਈ ਇਸ ਕਿਸਮ ਦੀ ਰਿਫਲੈਕਸ਼ਨ ਨਹੀਂ ਹੈ, ਕੋਈ ਝਲਕ ਹੀ ਨਹੀਂ ਮਿਲਦੀ। ਜੇ ਝਲਕ ਮਿਲੇ ਤਾਂ ਇਹ ਸਮੱਸਿਆਵਾਂ ਹੱਲ ਹੋ ਸਕਦੀਆਂ। ਜੇ ਤੁਸੀਂ ਉਹਨਾਂ ਦੀ ਨਿਸ਼ਾਨਦੇਹੀ ਨਹੀਂ ਕਰੋਗੇ ਤਾਂ ਅੱਗੇ ਕਿਵੇਂ ਵਧੋਗੇ? ਕੇਵਲ ਬਿਆਨਬਾਜ਼ੀ ਨਾਲ ਕੰਮ ਨਹੀਂ ਚੱਲਣਾ। ਇਸੇ ਕਰਕੇ ਬਹੁਤ ਸਾਰੇ ਲੋਕ ਜਿਹੜੇ ਹੇਠਲੇ ਤਬਕੇ ਦੇ ਆ ਉਹ ਸਿੱਖੀ ਤੋਂ ਦੂਰ ਜਾ ਰਹੇ ਆ। ਇਸੇ ਕਰਕੇ ਜਿਹੜੇ ਡੇਰੇ ਆ ਉਹ ਪੰਜਾਬ ਤੇ ਪੰਜਾਬ ਤੋਂ ਬਾਹਰ ਵੱਧ ਫੁੱਲ ਰਹੇ ਆ। ਇਸ ਕਰਕੇ ਸਿੱਖੀ ਨੂੰ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹਦੇ ਬਾਰੇ ਸੋਚਣਾ ਚਾਹੀਦਾ। ਹਾਲਤ ਇਹ ਹੈ, ਜਿਹੜਾ SGPC ਦਾ ਪ੍ਰਧਾਨ ਹੈ ਗੋਬਿੰਦ ਸਿੰਘ ਲੌਂਗੋਵਾਲ, ਉਹ ਡੇਰਾ ਸਿਰਸਾ ਦੇ ਜਾ ਕੇ ਮੱਥਾ ਟੇਕ ਕੇ ਆਉਂਦਾ। ਮਤਲਬ ਇਹ ਹਾਲਤ ਹੈਗੀ। ਮਤਲਬ ਇਹ ਤੁਸੀਂ ਵੋਟਾਂ ਦੀ ਰਾਜਨੀਤੀ ਖਾਤਰ ਤੁਸੀਂ ਇਸ ਗੱਲ ਦੇ ਬਾਰੇ ਗੌਰ ਕਿਉਂ ਨਹੀਂ ਕਰਦੇ ਵੀ ਡੇਰਾ ਬਣਿਆ ਕਿਉਂ? ਆਉਣਾ ਤੁਹਾਡੇ ਕੋਲ ਦੁਆਰਾ। ਇਹ ਬਰਾੜ ਸਾਹਿਬ, ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਕਿ ਉਹਨਾਂ ਨੇ ਕਿਹਾ ਹੈ ਕਿ ਜਿਹੜੇ ਵਿਰੋਧ ਕਰਦੇ ਆ ਉਹਨੂੰ ਡਾਂਗਾਂ ਨਾਲ ਕੁੱਟਣਾ ਚਾਹੀਦਾ ਹੈ, ਤੇ ਬਕਾਇਦਾ ਜਿਸ ਤਰ੍ਹਾਂ ਅਕਾਲੀ ਦਲ ਡੈਮੋਕ੍ਰੈਟਿਕ ਔਰ ਹੋਰ ਅਕਾਲੀ ਦਲ ਜਿਸ ਤਰ੍ਹਾਂ ਟਕਸਾਲੀ ਹੈ, ਤੇ ਅਕਾਲੀ ਦਲ ਜਿਹੜਾ 1920 ਹੈ ਰਵਿੰਦਰ ਸਿੰਘ ਹੋਣਾ ਵਾਲਾ, ਔਰ ਬਾਬਾ ਸਰਬਜੋਤ ਸਿੰਘ ਹੋਣੀ ਬੇਦੀ, ਔਰ ਭਾਈ ਰਣਜੀਤ ਸਿੰਘ, ਜਿਸ ਤਰ੍ਹਾਂ ਤੁਸੀਂ ਇਕੱਠੇ ਹੋ ਕੇ ਇੱਕ ਮੰਚ ਬਣਾਇਆ ਹੈਗਾ ਜਿਨ੍ਹਾਂ ਨੇ ਇਹ ਫੈਸਲਾ ਕੀਤਾ ਹੈ ਕਿ ਅਸੀਂ ਇਕੱਠੇ ਹੋ ਕੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਲੜਨੀਆਂ, ਤਾਂ ਉਸ ਦੇ ਜਿਹੜਾ ਚੋਣਾਂ ਲੜਨ ਦਾ ਤੁਹਾਡਾ ਅਮਲ ਹੈ ਉਹਦੇ ਵਿੱਚ ਕਿੱਥੋਂ ਤੱਕ ਗੱਲ ਅੱਗੇ ਵਧੀ ਹੈ? ਦੇਖੋ ਜੀ, ਪਿੱਛੇ ਜੇ ਮੀਟਿੰਗ ਹੋਈ ਸੀਗੀ ਪਿਛਲੇ ਹਫਤੇ ਬਾਬਾ ਸਰਬਜੀਤ ਸਿੰਘ ਬੇਦੀ ਹੋਣਾ ਦੇ ਕੋਲੇ, ਜਿਹਦੇ 'ਚ ਭਾਈ ਰਣਜੀਤ ਸਿੰਘ ਜੀ
ਜਥੇਦਾਰ ਸਾਬਕਾ ਜਥੇਦਾਰ ਅਕਾਲ ਤਖਤ ਸ੍ਰੀ ਅਕਾਲ ਤਖਤ ਸਾਹਿਬ ਔਰ ਬਾਬਾ ਸਰਬਜੋਤ ਸਿੰਘ ਜੀ ਬੇਦੀ, ਸਾਡੇ ਡੈਮੋਕ੍ਰੈਟਿਕ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਦੇਵ ਸਿੰਘ ਜੀ ਢੀਂਡਸਾ, ਸਰਦਾਰ ਰਵਿੰਦਰ ਸਿੰਘ ਜੀ ਸਾਬਕਾ ਡਿਪਟੀ ਸਪੀਕਰ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ 1920 ਤੇ ਜਥੇਦਾਰ ਰਣਜੀਤ ਸਿੰਘ ਜੀ ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ, ਇਹ ਇਕੱਠੇ ਹੋਏ ਨੇ। ਇਕੱਠੇ ਹੋ ਕੇ ਇਹਦੇ ਸਭ ਤੋਂ ਜਿਹੜੀ ਵਧੀਆ ਗੱਲ ਕੀ ਹੈ ਜੀ ਕਿ ਜਦੋਂ 14 ਦਸੰਬਰ 2019 ਨੂੰ 99 ਸਾਲਾ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਨੇ ਅੰਮ੍ਰਿਤਸਰ ਸਾਹਿਬ ਮਨਾਇਆ ਸੀ, ਜਿਹਦੇ ਢੀਂਡਸਾ ਸਾਹਿਬ ਨੇ ਜਾ ਕੇ ਐਲਾਨ ਕੀਤਾ ਸੀ ਕਿ ਮੈਂ ਹੁਣ ਬਾਦਲਾਂ ਦੇ ਖਿਲਾਫ ਬਹੁਤ ਹੋ ਗਿਆ, ਹੁਣ ਮੈਂ ਸਟੈਪ ਚੱਕਣਾ ਔਰ ਮੈਂ ਹੁਣ ਤੁਰਨਾ, ਸਾਰੀ ਕੌਮ ਨੂੰ ਦੱਸਣਾ ਇਹਨਾਂ ਨੇ ਕੀ ਕੁਛ ਕੀਤਾ, ਸਾਰੇ ਪੰਜਾਬ ਨੂੰ ਦੱਸਣਾ ਔਰ ਉਹਦੇ 'ਚ ਕੋਈ ਨਾ ਕੋਈ ਅਸੀਂ ਨਵਾਂ ਬਦਲ ਦੇਵਾਂਗੇ। ਤਾਂ ਉੱਥੇ ਢੀਂਡਸਾ ਸਾਹਿਬ ਨੇ ਦੋ ਗੱਲਾਂ ਬੜੀਆਂ ਕਲੀਅਰ ਕੱਟ ਕਹੀਆਂ ਸੀਗੀਆਂ ਜੰਡੂ ਸਾਹਿਬ, ਜਿਹੜੀਆਂ ਨੋਟ ਕਰਨ ਵਾਲੀਆਂ ਨੇ। ਇੱਕ ਤਾਂ ਉਹਨਾਂ ਨੇ ਕਿਹਾ ਸੀ ਮੈਂ ਕੋਈ ਚੋਣ ਨਹੀਂ ਲੜਨੀ, ਨਾ ਮੈਂ ਅਸੈਂਬਲੀ ਲੜਾਂ, ਨਾ ਮੈਂ ਪਾਰਲੀਮੈਂਟ ਲੜਾਂ, ਨਾ ਮੈਂ SGPC ਲੜਾਂ। ਮੈਂ ਨਰੋਲ ਬਹੁਤ ਕੁਝ ਮੈਨੂੰ ਅਕਾਲ ਪੁਰਖ ਨੇ ਦਿੱਤਾ, ਬੜਾ ਪਾਰਟੀ ਸ਼੍ਰੋਮਣੀ ਅਕਾਲੀ ਦਲ 'ਚ ਰਹਿ ਕੇ ਮੇਰੇ ਤੇ ਕਿਰਪਾ ਹੋਈ ਹੈ, ਸੰਗਤਾਂ ਨੇ ਮੈਨੂੰ ਬੜਾ ਸਾਥ ਦਿੱਤਾ ਤੇ ਮੈਂ ਸਿਰਫ ਤੇ ਸਿਰਫ ਹੁਣ ਜੋ ਮੈਨੂੰ ਮਿਲਿਆ ਮੈਂ ਉਹ ਮੋੜਨਾ ਚਾਹਣਾ ਪੰਜਾਬ ਨੂੰ ਤੇ ਕੌਮ ਨੂੰ। ਦੂਸਰਾ ਉਹਨਾਂ ਨੇ ਉੱਥੇ ਇਹ ਐਲਾਨ ਕੀਤਾ ਸੀ ਕਿ ਜੀ ਜਦੋਂ ਵੀ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਹੋਊਗੀ, ਜਿਹੜੇ ਵੀ ਸ਼੍ਰੋਮਣੀ ਕਮੇਟੀ ਡੈਮੋਕ੍ਰੈਟਿਕ ਅਕਾਲੀ ਦਲ ਦੇ ਉਹਦੇ ਕੈਂਡੀਡੇਟ ਹੋਣਗੇ, ਉਹ ਕਿਸੇ ਵੀ ਕੋਈ ਵੀ ਸਿਆਸੀ ਅਹੁਦਾ ਨਹੀਂ ਲੈ ਸਕਣਗੇ, ਨਾ ਹੀ ਕੋਈ ਇਲੈਕਸ਼ਨ ਲੜਨ ਸਕਣਗੇ, ਪੋਲੀਟੀਕਲ ਇਲੈਕਸ਼ਨ। ਤੋਂ ਧਾਰਮਿਕ ਪ੍ਰਵਿਰਤੀ ਵਾਲੇ ਨਰੋਲ ਜਿਹੜੇ ਉਮੀਦਵਾਰ ਚੁਣੇ ਜਾਣਗੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਲੈਕਸ਼ਨ ਵਾਸਤੇ, ਕਿਉਂਕਿ ਜੰਡੂ ਸਾਹਿਬ ਲੋੜ ਇਸ ਗੱਲ ਦੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਿਆਸੀਕਰਨ ਤੋਂ ਬਾਹਰ ਕਰਨ ਦੀ ਲੋੜ ਹੈ। ਅੱਜ ਦੀ ਡੇਟ 'ਚ ਹੁਣ ਤੱਕ ਜੋ ਪਹਿਲੀਆਂ ਚੋਣਾਂ ਹੋਈਆਂ ਨੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਨੂੰ ਇੱਕ ਪਹਿਲੀ ਪੌੜੀ ਮੰਨਿਆ ਜਾਂਦਾ ਸੀ ਸਿਆਸਤ ਦੀ, ਕਿ ਤੁਸੀਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਬਣੋ, ਹਰ ਸਾਲ ਤੁਹਾਡੀ ਵੋਟ ਦੀ ਲੋੜ ਹੁੰਦੀ ਹੈ, ਤੁਹਾਨੂੰ ਮੁੱਖ ਮੰਤਰੀ ਜਾਂ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਪਲੋਸਦਾ ਹੈ ਔਰ ਪਲੋਸ ਕੇ ਤੁਹਾਡੇ ਨਾਲ ਵਾਅਦਾ ਕਰਦਾ ਤੁਹਾਨੂੰ ਟਿਕਟ ਦੇਵਾਂਗੇ, ਫਿਰ ਉਹ ਆਪਦੇ ਹੱਕ 'ਚ ਤੁਹਾਨੂੰ ਭੁਗਤਾਉਂਦੇ ਨੇ। ਭੁਗਤਾਉਂਦੇ ਕੀ ਨੇ? ਜਿੱਥੇ ਤੁਹਾਡੇ ਤੋਂ ਅਧਿਕਾਰ ਲੈਂਦੇ ਨੇ ਕਿ ਜੀ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਅਧਿਕਾਰ ਦਿੰਦੇ ਹਾਂ ਵੀ ਉਹ ਐਗਜ਼ੈਕਟਿਵ ਔਰ ਜਿਹੜਾ ਪ੍ਰਧਾਨ ਹੈ ਉਹਨੂੰ ਚੁਣੇ, ਔਰ ਲਿਫਾਫੇ 'ਚੋਂ ਸਰਦਾਰ ਗੋਬਿੰਦ ਸਿੰਘ ਲੌਂਗੋਵਾਲ ਵਰਗੇ ਪ੍ਰਧਾਨ ਨਿਕਲਦੇ ਨੇ। ਉਸ ਪ੍ਰਣਾਲੀ ਨੂੰ ਤੋੜਨ ਵਾਸਤੇ ਸਭ ਤੋਂ ਵਧੀਆ ਤਰੀਕਾ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟ ਨੇ ਕੱਢਿਆ ਕਿ ਜੋ ਧਾਰਮਿਕ ਇਲੈਕਸ਼ਨ ਲੜਨ ਬੰਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ, ਉਹ ਰਾਜਸੀ ਪਿੜ 'ਚ ਬਿਲਕੁਲ ਵੀ ਝਾਕ ਨਾ ਰੱਖਣ, ਨਾ ਹੀ ਉਹਨਾਂ ਦੇ ਉੱਤੇ ਕੋਈ ਸ਼ਮੂਲੀਅਤ ਹੋਵੇ, ਉਹ ਕੇਵਲ ਤੇ ਕੇਵਲ ਧਰਮ ਨਾਲ ਰਿਲੇਟਡ ਖਿੱਤੇ 'ਚ ਕੰਮ ਕਰਨ, ਸਿੱਖੀ ਦਾ ਪ੍ਰਚਾਰ ਕਰਨ, ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੰਮ ਹੈ, ਜਿਹਦੇ ਕਰਕੇ ਇੰਨੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ ਮਹੰਤਾਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਛਡਾਈ ਸੀ। ਔਰ ਤਰਾਸ ਦੀ ਇਹ ਹੈ ਕਿ 100 ਸਾਲ ਬਾਅਦ ਫਿਰ ਅੱਜ ਉਹਨਾਂ ਮਹੰਤਾਂ ਕੋਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚਲੀ ਗਈ। ਕੀ ਲੱਗਦਾ ਹੈ ਕਿ ਜਿਹੜਾ ਇਹ ਮੰਚ ਤੁਸੀਂ ਬਣਾਇਆ, ਜਿਹੜਾ ਗੱਠਜੋੜ ਹੋਇਆ, ਤਾਂ ਇਹ ਕੀ ਉਸ ਸਾਰਾ ਜਿਹੜਾ ਉੱਥੇ ਇਸ ਵੇਲੇ ਜਕੜ ਹੈਗੀ ਹੈ, ਜਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ, ਤੁਸੀਂ ਤਾਂ ਬਾਦਲ ਦਲ ਕਿਹਾ ਉਹਨਾਂ ਨੂੰ, ਤੇ ਉਹ ਉੱਥੋਂ ਕੱਢਣ 'ਚ ਕਾਮਯਾਬ ਹੋ ਜਾਓਗੇ, ਜਾਂ ਜਿਸ ਤਰ੍ਹਾਂ ਦਾ ਉੱਥੇ ਮੈਕੈਨਿਜ਼ਮ ਬਣਿਆ ਉਹਦੇ ਸੁਧਾਰਾਂ ਦੀ ਸੰਭਾਵਨਾ ਬਣ ਜਾਏਗੀ? ਦੇਖੋ ਜੀ, ਗੱਲ ਇਹ ਹੈ, ਇੱਕ ਸਮਾਂ ਸੀ ਲੋਕ ਸ਼੍ਰੋਮਣੀ ਅਕਾਲੀ ਦਲ ਨੂੰ ਪਸੰਦ ਨਹੀਂ ਸੀ ਕਰਦੇ, ਜੇ ਆਪਾਂ 2017 ਦੀ ਗੱਲ ਕਰੀਏ। ਅੱਜ ਸਮਾਂ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਲੋਕ ਨਫ਼ਰਤ ਕਰਦੇ ਨੇ ਜੀ। ਇੱਥੇ ਤੱਕ ਨਫ਼ਰਤ ਕਰਦੇ ਨੇ, ਜਦੋਂ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੈਟਿਕ ਦਾ ਬਣਾਇਆ, ਜਦੋਂ ਨਾਂ ਰੱਖਣਾ ਸੀ, ਬਹੁਤ ਜ਼ਿਆਦਾ ਲੋਕਾਂ ਦਾ ਇਹ ਵਿਚਾਰ ਸੀ ਕਿ ਜੀ ਆਪਾਂ ਸ਼੍ਰੋਮਣੀ ਅਕਾਲੀ ਦਲ ਨਾਂ ਨਾ ਰੱਖੋ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਬਦਨਾਮ ਹੋ ਚੁੱਕਿਆ ਹੈ। ਪਰ ਅਸੀਂ ਇਹ ਗੱਲ ਉੱਥੇ ਕਹੀ ਢੀਂਡਸਾ ਸਾਹਿਬ ਨੇ ਤੇ ਦੂਜੇ ਲੀਡਰਾਂ ਨੇ, ਬਦਨਾਮ ਸ਼੍ਰੋਮਣੀ ਅਕਾਲੀ ਦਲ ਨਹੀਂ ਹੋਇਆ, ਬਦਨਾਮ ਹੋਇਆ ਬਾਦਲ ਪਰਿਵਾਰ ਤੇ ਬਾਦਲ ਦਲ। ਇਸ ਕਰਕੇ ਆਪਾਂ ਅਕਾਲੀ ਰਹਿਣਾ, ਅਕਾਲੀ ਜੰਮਿਆ ਅਕਾਲੀ ਮਰਾਂਗੇ, ਨਾਂ ਸ਼੍ਰੋਮਣੀ ਅਕਾਲੀ ਦਲ ਹੀ ਰੱਖਣਾ। ਔਰ ਉਦੋਂ ਬਾਅਦ ਇੰਨਾ ਜ਼ਿਆਦਾ ਲੋਕਾਂ 'ਚ ਰਿਸਪੌਂਸ ਮਿਲ ਰਿਹਾ ਹੈ ਜੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਮੈਂਬਰ ਵੀ ਨੇ ਜਿਹੜੇ, ਉਹ ਵੀ ਆ ਕੇ ਮੀਟਿੰਗਾਂ ਕਰਕੇ ਕਹਿੰਦੇ ਨੇ ਜੀ ਅਸੀਂ ਤਾਂ ਮਜਬੂਰੀ ਬਸ ਬੈਠੇ ਹਾਂ, ਕਿਉਂਕਿ ਮੈਂਬਰ ਹਾਂ, ਅਸੀਂ ਅਗਲੀਆਂ ਚੋਣਾਂ ਤੁਹਾਡੇ ਨਾਲ ਖੜਾਂਗੇ, ਤੁਹਾਡੇ ਨਾਲ ਆਵਾਂਗੇ। ਉਹ ਤਾਂ ਚਲੋ ਦੇਖੋ ਫੈਸਲਾ ਮੌਕੇ ਤੇ ਹੋਣਾ ਕਿ ਕਿਹੜੇ ਕੈਂਡੀਡੇਟਾਂ ਨੂੰ ਟਿਕਟ ਦੇਣੀ ਹੈ, ਕਿਹੜਾ ਨਹੀਂ ਦੇਣੀ। ਸਾਫ਼ ਸੁਥਰੀ ਛਵੀ ਵਾਲੇ ਜਿਹੜੇ ਕੈਂਡੀਡੇਟ ਨੇ ਚੁਣੇ ਜਾਣਗੇ, ਇਹ ਤਾਂ ਮੈਂ ਤੁਹਾਨੂੰ ਭਰੋਸਾ ਦੇ ਸਕਦਾ। ਔਰ ਜਿਹੜੀ ਰੂਪ ਰੇਖਾ ਬਣਾਈ ਹੈ, ਤੁਹਾਨੂੰ ਮੈਂ ਦੱਸ ਕੇ ਹਟਾਂਗੇ, ਜਿਹੜੀ ਮੀਟਿੰਗ ਹੋਈ ਹੈ 5 ਜਥੇਬੰਦਿਆਂ ਦੀ, ਜਿਹਦੇ 'ਚ ਭਾਈ ਰਵਿੰਦਰ ਸਿੰਘ ਜੀ, ਸਰਦਾਰ ਰਵਿੰਦਰ ਸਿੰਘ ਜੀ, ਭਾਈ ਰਣਜੀਤ ਸਿੰਘ ਜੀ ਤੇ ਸਰਬਜੋਤ ਸਿੰਘ ਜੀ ਬੇਦੀ, ਇਹਨਾਂ ਤਿੰਨਾਂ ਨੇ ਕੋਈ ਰਾਜਸੀ ਇਲੈਕਸ਼ਨ ਨਹੀਂ ਲੜਨੀ, ਇਹਨਾਂ ਨੇ ਰਾਜਸੀ ਪਿੜ 'ਚ ਨਹੀਂ ਆਉਣਾ। ਇਹ ਕਹਿੰਦੇ ਅਸੀਂ ਤਾਂ ਕੇਵਲ ਤੇ ਕੇਵਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਲੜ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਨੂੰ ਠੀਕ ਕਰਨ ਵਾਸਤੇ ਚੋਣ ਲੜਨੀ ਹੈ, ਅਸੀਂ ਕੋਈ ਰਾਜਸੀ ਚੋਣ ਨਹੀਂ। ਬਰਾੜ ਸਾਹਿਬ, ਮੈਂ ਆਉਣਾ ਤੁਹਾਡੇ ਜਮੋਈ, ਤੁਸੀਂ ਕੀ ਕਹਿਣਾ ਚਾਹੁੰਦੇ ਜੋ ਬਰਾੜ ਸਾਹਿਬ ਕਹਿ ਰਹੇ? ਬਰਾੜ ਸਾਹਿਬ ਜਿਹੜੀ ਗੱਲ ਇਹ ਕਹੀ ਵੀ ਜਿਹੜਾ ਉਹਨਾਂ ਨੂੰ ਡਾਂਗਾਂ ਫੇਰਨੀਆਂ ਚਾਹੀਦੀਆਂ, ਮੈਂ ਉਸ ਗੱਲ ਤੇ ਆਉਣਾ ਚਾਹੁੰਦਾ, ਸ਼ੁਰੂ ਤੋਂ ਕਰਨਾ ਚਾਹੁੰਦਾ। ਸਾਨੂੰ ਬਾਬੇ ਨਾਨਕ ਤੇ ਚੱਲਣਾ ਚਾਹੀਦਾ। ਗੁਰੂ ਨਾਨਕ ਦੇਵ ਜੀ ਨੇ 4 ਅਦਾਸੀਆਂ ਕੀਤੀਆਂ, ਦੁਨੀਆ ਘੁੰਮੀ, ਉਹਨਾਂ ਨੇ ਹਰ ਥਾਂ ਦੇ ਸੰਵਾਦ ਰਚਾਇਆ ਜੀ। ਸੰਵਾਦ ਰਚਾਉਣ ਨਾਲ ਬਹੁਤ ਸਾਰੀਆਂ ਸਮੱਸਿਆਵਾਂ ਦਾ ਹੱਲ ਨਿਕਲਦਾ।
ਜੇ ਸੰਵਾਦ ਤੋਂ ਜਿਹੜਾ ਬੰਦਾ ਭੱਜਦਾ ਉਹ ਐਕਚੁਅਲ ਚ ਲੀਡਰ ਨਹੀਂ ਬਣ ਸਕਦਾ। ਜਿਹੜੇ ਅਕਾਲ ਤਖਤ ਦੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਆ ਉਹਨਾਂ ਨੂੰ ਇਹੋ ਜਿਹਾ ਸੰਦੇਸ਼ ਨਹੀਂ ਦੇਣਾ ਚਾਹੀਦਾ। ਉਹਨਾਂ ਨੂੰ ਕਹਿਣਾ ਚਾਹੀਦਾ ਹਾਂਜੀ ਹਰਪ੍ਰੀਤ ਸਿੰਘ ਜੀ, ਉਹਨਾਂ ਨੂੰ ਇਹ ਸੰਦੇਸ਼ ਨਹੀਂ ਦੇਣਾ ਚਾਹੀਦਾ। ਉਹਨਾਂ ਨੂੰ ਕਹਿਣਾ ਚਾਹੀਦਾ ਵੀ ਤੁਸੀਂ ਇਹਨਾਂ ਨਾਲ ਨੈਗੋਸ਼ੀਏਟ ਕਰੋ, ਇਹਨਾਂ ਨਾਲ ਮੇਜ਼ ਦੀ ਗੱਲਬਾਤ ਤੇ ਆਓ, ਉਹਦੇ ਉੱਪਰ ਗੱਲਬਾਤ ਕਰੋ ਇਹਨਾਂ ਨਾਲ। ਮਤਲਬ ਇਹ ਸੰਦੇਸ਼ ਦੇਣਾ, ਮਤਲਬ ਜਦੋਂ ਪੰਜਾਬ ਦੇ ਵਿੱਚ ਦਹਿਸ਼ਤਗਰਦੀ ਦਾ ਦੌਰ ਸੀਗਾ ਉਸ ਦੌਰ ਦੇ ਵਿੱਚ ਵੀ ਆਵਾਜ਼ ਬੰਦ ਕੀਤੀ ਗਈ ਸੀਗੀ, ਉਦੋਂ ਵੀ ਡਿਸੈਂਟ ਨਹੀਂ ਸੁਣਿਆ ਗਿਆ। ਹੁਣ ਕੇਂਦਰ ਸਰਕਾਰ ਨਾਲ ਲੜਾਈ ਕੀ ਹੋ ਰਹੀ ਹੈ? ਪ੍ਰਧਾਨ ਮੰਤਰੀ ਮੋਦੀ ਨਾਲ ਜਿਹੜਾ ਗੱਲ ਕੀਤੀ ਜਾਣ ਦਾ ਮਾਮਲਾ ਆਉਂਦਾ ਵੀ ਉਹ ਮਨ ਦੀ ਬਾਤ ਕਰਦੇ, ਮੋਨੋਲੋਗ ਕਰਦੇ, ਇੱਕ ਤਰਫਾ ਗੱਲ ਕਰਦੇ। ਉਹ ਜਿਹੜਾ ਡਾਇਲੋਗ ਹੈ, ਜਿਹੜੀ ਡਾਇਲੋਗ ਉਹਦੀ ਗੱਲ ਨਹੀਂ ਕਰਦੇ, ਮਤਲਬ ਮੋਨੋਲੋਗ ਹੀ ਕਰਦੇ। ਮਤਲਬ ਗੱਲ ਡਾਇਲੋਗ ਹੋਣਾ ਚਾਹੀਦਾ। ਉਹਨਾਂ ਜਥੇਬੰਦੀਆਂ ਨਾਲ ਵੀ ਡਾਇਲੋਗ ਕੀਤਾ ਜਾਣਾ ਚਾਹੀਦਾ। ਉਹਨਾਂ ਨੂੰ ਜਿਹੜੀ ਗੱਲਬਾਤ ਦੀ ਟੇਬਲ ਹੈ ਉਹਦੇ ਉੱਪਰ ਪੁੱਛਿਆ ਜਾਣਾ ਚਾਹੀਦਾ ਵੀ ਤੁਸੀਂ ਜਿਹੜਾ ਵੇ ਆਊਟ ਬਣਾਇਆ, ਤੁਸੀਂ ਜਿਹੜਾ ਰਸਤਾ ਅਪਣਾ ਰਹੇ, ਇਹਦੇ ਨਾਲ ਬਹੁਤ ਪਹਿਲਾਂ ਹੀ ਨੁਕਸਾਨ ਹੋ ਚੁੱਕਾ, ਇਹਦੇ ਨਾਲ ਸਹੀ ਪਾਸੇ ਵੱਲ ਨਹੀਂ ਵਧਿਆ ਜਾ ਸਕਦਾ। ਮਤਲਬ ਉਹ ਜਿਹੜੇ ਉੱਥੇ ਮੁਜ਼ਾਹਰੇ ਕਰ ਰਹੇ ਆ ਉਹ ਕੀ ਕਰ ਰਹੇ ਆ, ਕਾਰਨ ਕਿਉਂ ਕਰ ਰਹੇ? ਉਹਨਾਂ ਦਾ ਮੇਨ ਮੰਤਵ ਹੈਗਾ ਵੀ ਜਿਹੜੇ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਜਿਹੜੀਆਂ ਲਾਪਤਾ ਹੋਈਆਂ ਉਹਨਾਂ ਦਾ ਜਿਹੜਾ ਇਨਸਾਫ ਮਿਲਣਾ ਚਾਹੀਦਾ, ਉਹਦਾ ਇਨਸਾਫ ਦੇਣਾ ਚਾਹੀਦਾ। ਨਹੀਂ ਜੰਮੂ ਜੀ ਉਹਦੇ ਚ ਭਾਈ ਰਣਜੀਤ ਸਿੰਘ ਹੋਣੀ ਤਾਂ ਇਹ ਵੀ ਕਹਿੰਦੇ ਨਾ ਮੈਂ ਇਹਦੇ ਲਈ ਬਹਿਸ ਕਰਨ ਨੂੰ ਤਿਆਰ ਹਾਂ, ਖੁੱਲੀ ਬਹਿਸ, ਬੇਸ਼ੱਕ ਮੀਡੀਆ ਦੇ ਸਾਹਮਣੇ ਬਹਿ ਜਾਣ, ਬੇਸ਼ੱਕ ਉੱਥੇ ਮੈਂ ਆ ਜਾਣਾ ਦਰਬਾਰ ਸਾਹਿਬ, ਉੱਥੇ ਮੈਨੂੰ ਸੱਦ ਲੈਣ, ਅਕਾਲ ਤਖਤ ਤੇ ਸੱਦ ਲੈਣ। ਅਸੀਂ ਤਾਂ ਆਪ ਇਸ ਰਾਏ ਦੇ ਹੈਗੇ ਆ ਵੀ ਇਹਦੇ ਤੇ ਡਾਇਲੋਗ ਹੋਣਾ ਚਾਹੀਦਾ, ਗੱਲਬਾਤ ਹੋਣੀ ਚਾਹੀਦੀ ਹੈ, ਚਰਚਾ ਹੋਣੀ ਚਾਹੀਦੀ ਹੈ, ਉਹਦੇ 'ਚ ਸਾਰੇ ਤੱਥ ਹੋਣੇ ਚਾਹੀਦੇ। ਪਰ ਜਦੋਂ ਕੁਝ ਲੁਕਾਉਣਾ ਹੋਵੇ, ਜਦੋਂ ਕੁਝ ਛੁਪਾਉਣਾ ਹੋਵੇ, ਉਦੋਂ ਹੀ ਬਹਿਸ ਤੋਂ ਭੱਜਿਆ ਜਾਂਦਾ। ਬਹਿਸ ਤੋਂ ਭੱਜਣਾ ਨਹੀਂ ਚਾਹੀਦਾ। ਬੰਦਾ ਜਿਹੜਾ ਬਹਿਸ ਤੋਂ ਭੱਜਦਾ ਕਿਤੇ ਨਾ ਕਿਤੇ ਕੋਈ ਗੜਬੜ ਜ਼ਰੂਰ ਹੁੰਦੀ ਹੈ। ਇਸ ਕਰਕੇ ਇਸ ਬਹਿਸ ਤੋਂ ਭੱਜਿਆ ਨਹੀਂ ਜਾਣਾ ਚਾਹੀਦਾ, ਬਹਿਸ ਕਰਨੀ ਚਾਹੀਦੀ ਹੈ। ਤੁਸੀਂ ਬਰਾੜ ਸਾਹਿਬ ਇਹਦੇ ਬਾਰੇ ਕਹਿਣਾ ਕੁਝ ਜੋ ਜੰਮੂ ਜੀ ਕਹਿ ਰਹੇ? ਬਿਲਕੁਲ ਮੈਂ ਸਹਿਮਤ ਹਾਂ ਜੀ, ਇਹਨਾਂ ਨਾਲ ਕੋਈ ਵੀ ਗੱਲ ਹੈ ਡਾਇਲੋਗ ਨਾਲ ਨਿਬੜਦੀ ਹੈ। ਔਰ ਬਜਾਏ ਇਹਦੇ ਕਿ ਜਿਵੇਂ ਤੁਸੀਂ ਪਹਿਲਾਂ ਗੱਲ ਕਰਕੇ ਹਟਿਓ ਵੀ ਉੱਥੇ ਕਮੀਆਂ ਪੇਸ਼ੀਆਂ ਨੂੰ ਡਿਸਕਸ ਕੀਤਾ ਜਾਂਦਾ, 100 ਸਾਲਾਂ ਦੇ ਐਸਜੀਪੀਸੀ ਦੇ ਇਤਿਹਾਸ ਨੂੰ ਰਿਵਿਊ ਕਰਕੇ ਜਿਹੜੀਆਂ ਕੋਈ ਕਮੀਆਂ ਪੇਸ਼ੀਆਂ ਦੂਰ ਕੀਤੀਆਂ ਜਾਂਦੀਆਂ। ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਤਾਂ ਕਲੀਨ ਚਿੱਟ ਦੇਤੀ 328 ਸਰੂਪਾਂ ਦੀ ਜਿਹੜੀ ਗੱਲ ਕੀਤੀ ਹੈ ਜੰਮੂ ਸਾਹਿਬ ਨੇ, ਜਿਹੜੇ ਗੁੰਮ ਹੋਏ ਨੇ, ਜਿਹਦਾ ਅੱਜ ਤੱਕ ਐਸਜੀਪੀਸੀ ਕੋਲ ਕੋਈ ਜਵਾਬ ਨਹੀਂ ਹੈ। ਛੋਟੇ ਮੁਲਾਜ਼ਮਾਂ ਤੇ ਪਾ ਕੇ ਉਹਨਾਂ ਨੂੰ ਸਸਪੈਂਡ ਕਰਕੇ ਜਥੇਦਾਰ ਸਾਹਿਬ ਨੇ ਕਹਿਤਾ ਜੀ ਕਰਪਸ਼ਨ ਦਾ ਮਸਲਾ ਹੈ, ਭੇਟਾ ਖਾਣ ਵਾਸਤੇ ਇਹਨਾਂ ਨੇ ਜਿਹੜੇ ਸਰੂਪ ਨੇ ਉਹ ਗਾਇਬ ਹੋਏ ਨੇ, ਇਹਦੇ 'ਚ ਕੋਈ ਗੱਲ ਨਹੀਂ, ਅਸੀਂ ਸਾਰੀ ਇਨਕੁਆਇਰੀ ਕਰ ਲਈ, ਸਾਰਾ ਕੁਝ ਠੀਕ ਠਾਕ ਹੈ। ਦੇਖੋ ਜੇ ਇੱਕ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬਾਨ ਜਿਹੜੇ ਬਹੁਤ ਸਤਿਕਾਰਯੋਗ ਪਦਵੀ ਹੈ, ਜਿਹੜੇ ਪਦਵੀ ਤੇ ਬੈਠੇ ਨੇ, ਜੇ ਉਹ ਇਦਾਂ ਕਲੀਨ ਚਿੱਟਾਂ ਦੇਣ ਲੱਗੇ ਐਸਜੀਪੀਸੀ ਦੇ ਬਿਹਾਫ ਤੇ, ਤਾਂ ਮੈਨੂੰ ਦੱਸੋ ਵੀ ਕੌਮ ਕਿੱਧਰ ਨੂੰ ਜਾਊਗੀ, ਕੀ ਕਰਾਂਗੇ ਆਪਾਂ ਸਾਰਾ। ਇਸ ਕਰਕੇ ਮੈਂ ਸਮਝਦਾ ਬਹੁਤ ਵੱਡੀ ਤਰਾਸਦੀ ਹੈ ਸਿੱਖ ਕੌਮ ਦੀ ਕਿ ਇਦਾਂ ਦੇ ਜਥੇਦਾਰ ਜਿਹੜੇ ਹੈਗੇ ਉਹ ਇਹਨਾਂ ਪਦਵੀਆਂ ਤੇ ਬੈਠੇ ਨੇ, ਜਦੋਂ ਕਿ ਆਪਾਂ ਨੂੰ ਸਤਿਕਾਰ ਕਰਨਾ ਚਾਹੀਦਾ। ਕੋਰਟਾਂ 'ਚ ਵੀ ਦੇਖੋ ਉਹਨਾਂ ਨੂੰ ਇਮਿਊਨਿਟੀ ਮਿਲੀ ਹੋਈ ਹੈ। ਅਕਾਲ ਤਖਤ ਦੇ ਜਥੇਦਾਰ ਸਾਹਿਬਾਨ ਨੂੰ ਕੋਈ ਕੋਰਟ ਨਹੀਂ ਬੁਲਾ ਸਕਦੀ, ਤੁਹਾਨੂੰ ਪਤਾ ਹੋਣਾ ਇਸ ਗੱਲ ਦਾ, ਪਦਵੀ ਕਰਕੇ। ਪਰ ਇਹਨਾਂ ਦਾ ਦੇਖੋ ਜਥੇਦਾਰ ਬਿਲਕੁਲ ਇੱਕ ਮਾਊਥਪੀਸ ਬਣ ਕੇ ਕੰਮ ਕਰ ਰਹੇ ਨੇ। ਕਾਰਨ ਕੀ ਆ ਉਹਦਾ? ਮੈਂ ਉਸ ਕਾਰਨ ਤੇ ਆਉਣਾ ਚਾਹਣਾ। ਇੱਕ ਮਿੰਟ ਮੈਂ ਥੋੜਾ ਜਿਹਾ ਵਿਸ਼ੇ ਤੋਂ ਭਟਕ ਕੇ ਗੱਲ ਪਾਸੇ ਹੋ ਕੇ ਗੱਲ ਕਰ ਰਿਹਾ। ਹਾਂਜੀ, ਉਹਦਾ ਕਾਰਨ ਇਹ ਹੈ ਜੰਡੂ ਸਾਹਿਬ ਕਿ ਜਿਹੜੀ ਚੋਣ ਹੁੰਦੀ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬਾਨ ਦੀ, ਉਹਦਾ ਪ੍ਰੋਸੀਜਰ ਠੀਕ ਨਹੀਂ ਹੈ। ਉਹ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਚੁਣਦਾ, ਉਸ ਨੂੰ ਉਹੀ ਲਿਫਾਫਾ। ਬਰਾੜ ਸਾਹਿਬ ਮੇਰਾ ਇੱਥੇ ਹੀ ਸਵਾਲ ਹੈ ਇੱਕ ਕਿ ਜੇ ਜਿਸ ਤਰ੍ਹਾਂ ਤੁਸੀਂ ਹੁਣ ਗੱਠਜੋੜ ਬਣਾਇਆ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਲੜਨ ਲਈ, ਜੇ ਇਹ ਗੱਠਜੋੜ ਸ਼੍ਰੋਮਣੀ ਕਮੇਟੀ ਚੋਣਾਂ ਜਿੱਤ ਜਾਂਦਾ ਤਾਂ ਕੀ ਤੁਸੀਂ ਇਹ ਜਿਹੜਾ ਜਥੇਦਾਰ ਦੀ ਨਿਯੁਕਤੀ ਦੀ ਪ੍ਰਕਿਰਿਆ ਇਹਨੂੰ ਬਦਲੋਗੇ? ਬਿਲਕੁਲ ਬਦਲਾਂਗੇ ਜੀ। ਅਸੀਂ ਸਭ ਤੋਂ ਪਹਿਲਾਂ ਕੰਮ ਹੀ ਸਾਡਾ 2-3 ਮੁੱਦੇ ਲੈ ਕੇ ਚੱਲੇ ਹਾਂ ਜੀ। ਅਸੀਂ 3 ਮੁੱਦੇ ਵੱਡੇ ਲੈ ਕੇ ਚੱਲੇ ਹਾਂ ਅਸੀਂ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੈਟਿਕ। ਨੰਬਰ 1 ਤਾਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਮਾਣ ਮਰਿਆਦਾ ਬਹਾਲ ਕਰਨੀ ਹੈ। ਜੋ ਸਟੇਟਸ ਅਕਾਲੀ ਫੂਲਾ ਸਿੰਘ ਵੇਲੇ ਹੁੰਦਾ ਸੀ ਸ਼੍ਰੀ ਅਕਾਲ ਤਖਤ ਸਾਹਿਬ ਦਾ, ਜਿਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਸਜ਼ਾ ਦਿੱਤੀ ਸੀ ਕੋੜਿਆਂ ਦੀ, ਥੋੜੇ ਯਾਦ ਹੋਣਾ, ਹਿਸਟਰੀ ਬੋਲਦੀ ਹੈ। ਜਿਸ ਹਿਸਟਰੀ ਤੇ ਅਸੀਂ ਮਾਣ ਕਰ ਸਕਦੇ ਹਾਂ, ਅਸੀਂ ਉਹੇ ਜਿਹਾ ਸ਼੍ਰੋਮਣੀ ਜਿਹੜਾ ਸ਼੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਲਿਆਉਣਾ ਚਾਹੁੰਦੇ ਹਾਂ। ਉਹਦੇ ਵਾਸਤੇ ਸਿਰ ਜੁੜਨਗੇ, ਇੰਟੈਲੈਕਚੁਅਲ ਬੁਲਾਏ ਜਾਣਗੇ, ਉਹ ਬੈਠ ਕੇ ਦੇਖਣਗੇ ਵੀ ਕੀ ਵਿਧੀ ਵਰਤੀ ਜਾ ਸਕਦੀ ਹੈ ਕਿ ਸ਼੍ਰੋਮਣੀ ਅਕਾਲੀ ਵਿਧੀ ਵਿਧਾਨ ਨੂੰ ਬਦਲੋਗੇ। ਵਿਧੀ ਵਿਧਾਨ ਨੂੰ ਬਦਲ ਕੇ ਜਿਹੜਾ ਨਹੀਂ, ਵਿਧੀ ਵਿਧਾਨ ਪਹਿਲਾਂ ਵੀ ਦੇਖੋ ਸਰਬਤ ਖਾਲਸਾ ਦਾ ਇੱਕ ਇਹਦੇ 'ਚ ਪ੍ਰੋਵੀਜ਼ਨ ਸੀਗਾ ਕਿ ਸਰਬਤ ਖਾਲਸਾ ਬੁਲਾਇਆ ਜਾਵੇ, ਜਿਹਦੇ 'ਚ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਚੁਣਨ ਵਾਸਤੇ ਵਿਚਾਰ ਲਏ ਜਾਣ ਤੇ ਫਿਰ ਉਹਦਾ ਕੋਈ ਫੈਸਲਾ ਕੀਤਾ ਜਾਵੇ। ਸੋ ਉੱਦਾਂ ਦਾ ਵਿਧੀ ਵਿਧਾਨ ਅੱਜ ਦੇ ਸਮੇਂ ਦੇ ਮੁਤਾਬਕ ਜੇ ਕੋਈ ਚੇਂਜ ਕਰਨ ਦੀ ਲੋੜ ਪਊਗੀ, ਉਹਦੇ ਦੇਖੋ ਜਿਹੜੇ ਬੁੱਧੀਜੀਵੀ ਨੇ ਉਹਨਾਂ ਨੂੰ ਬੁਲਾਉਣ ਦੀ ਲੋੜ ਹੈ, ਜਿਹੜੇ ਸਿੱਖ ਚਿੰਤਕ ਨੇ ਉਹਨਾਂ ਨੂੰ ਬੁਲਾਉਣ ਦੀ ਲੋੜ ਹੈ। ਸਾਰੇ ਬੈਠ ਕੇ ਦੇਖੋ, ਇਹ ਨਹੀਂ ਹੈ ਵੀ ਤੁਸੀਂ 4 ਬੰਦੇ ਆਪਦੇ ਜਿਹੜੇ ਤੁਹਾਡੇ ਚਾਪਲੂਸ ਨੇ ਇਕੱਠੇ ਕਰਕੇ ਕੋਈ ਫੈਸਲਾ ਕਰਕੇ ਇੱਕ ਪੰਥ ਤੇ ਜਾਂ ਕੌਮ ਤੇ ਥੋਪ ਦੋ। ਬੁੱਧੀਜੀਵੀ ਕਾਹਦੇ ਵਾਸਤੇ ਨੇ, ਚਿੰਤਕ ਕਾਹਦੇ ਵਾਸਤੇ ਨੇ? ਸਿਆਣੇ ਬੰਦੇ ਬੈਠੇ ਨੇ, ਸਿਆਣੇ ਬੰਦਿਆਂ ਨੂੰ ਬਿਠਾਇਆ ਜਾਵੇ, ਬਿਠਾ ਕੇ ਉਹਨਾਂ ਦਾ ਉਹ ਵਿਧੀ ਕੱਢਣ ਜਿਹਦੇ 'ਚ ਕੋਈ ਫਲਾਅ ਨਾ ਰਹੇ, ਔਰ ਜਿਹੜੀ ਮਰਿਆਦਾ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੀ ਉਹ ਬਹਾਲ ਹੋਵੇ, ਔਰ ਜਿਹੜਾ ਰੁਤਬਾ ਹੈ
ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਦਾ ਉਹ ਬਹਾਲ ਹੋਵੇ। ਹਰ ਅੱਜ ਕੋਈ ਮੇਰੇ ਵਰਗਾ ਉੱਠਦਾ ਔਰ ਜਥੇਦਾਰ ਸਾਹਿਬ ਤੇ ਕਿਉਂ ਕਿੰਤੂ ਕਰਨ ਲੱਗ ਜਾਂਦਾ ਹੈ। ਕਿਉਂ ਕਿੰਤੂ ਕਰਦੇ ਆਪਾਂ? ਕਿਉਂਕਿ ਲੋੜ ਇਹਨਾਂ ਨੇ ਮੌਕਾ ਦਿੱਤਾ ਹੈ। ਸੋ ਇਸ ਕਰਕੇ ਦੂਸਰਾ ਜਿਹੜਾ ਸਾਡਾ ਜਿਹੜਾ ਏਜੰਡਾ ਹੈ SGPC ਇਲੈਕਸ਼ਨ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੈਟਿਕ ਦਾ, ਕਿ ਜੋ ਵੀ ਕੁਰੀਤੀਆਂ ਆਈਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ 'ਚ, ਉਹਨਾਂ ਨੂੰ ਦੂਰ ਕੀਤਾ ਜਾਵੇ। ਉਹਦਾ ਵੀ ਤਰੀਕਾ ਇਹੀ ਹੈ ਕਿ ਸਿਆਣੇ ਬੰਦਿਆਂ ਨਾਲ ਬੈਠ ਕੇ, ਪਹਿਲੀ ਗੱਲ ਤਾਂ ਜਿਹੜੀ ਚੋਣ ਹੈ ਉਹ ਨਿਰਪੱਖ ਔਰ ਜਿਹੜੀ ਸਹੀ ਹੋਣੀ ਚਾਹੀਦੀ ਹੈ, ਜਿਹੜੀ ਕਿ ਸਾਨੂੰ ਸੁਭਾਵਨਾ ਹੈ ਕਿ ਬਹੁਤ ਵਧੀਆ ਤਰੀਕੇ ਨਾਲ ਚੜੂ। ਕਿਉਂਕਿ ਜਿਹੜੇ ਜਸਟਿਸ ਸਾਰੋਂ ਹੁਣ ਚੀਫ ਇਲੈਕਸ਼ਨ ਗੁਰਦੁਆਰਾ ਇਲੈਕਸ਼ਨ ਕਮਿਸ਼ਨਰ ਲਾਏ ਨੇ, ਉਹਨਾਂ ਦੀ ਇੰਟੈਗ੍ਰਿਟੀ ਕੋਈ ਡਾਊਟਫੁਲ ਨਹੀਂ ਹੈ। ਬੜੇ ਵਧੀਆ ਕਿਸਮ ਦੇ ਉਹ ਹਾਈ ਕੋਰਟ ਦੇ ਜੱਜ ਰਹੇ ਨੇ, ਬੜੇ ਵੱਡੇ ਫੈਸਲੇ ਉਹਨਾਂ ਨੇ ਕੀਤੇ ਨੇ। ਸੋ ਉਹਨਾਂ ਦੀ ਦੇਖ ਰੇਖ ਹੇਠ ਮੈਂ ਸਮਝਦਾ ਫਿਰ ਜਿਹੜੀ ਇਲੈਕਸ਼ਨ ਹੋਊ। ਚਲੋ ਉਹ ਤਾਂ ਬਰਾੜ ਸਾਹਿਬ ਆਉਣ ਵਾਲੇ ਸਮੇਂ 'ਚ ਪਤਾ ਲੱਗ ਜਾਏਗਾ ਸਾਰਾ ਆਪਾਂ ਨੂੰ, ਪਰ ਇਹ ਜ਼ਰੂਰ ਹੈ ਕਿ ਜਿਸ ਤਰ੍ਹਾਂ ਅਸੀਂ ਉਹਨੂੰ ਚਾਹੁੰਦੇ ਹਾਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧ ਹੈ ਜਿਹੜਾ, ਉਹਨੂੰ ਪ੍ਰੋਪਰ ਤਰੀਕੇ ਨਾਲ ਟਰਾਂਸਪੇਰੈਂਟ ਤਰੀਕੇ ਨਾਲ ਕੀਤਾ ਜਾਵੇ, ਔਰ ਜਿਹੜੇ ਭ੍ਰਿਸ਼ਟਾਚਾਰ ਫੈਲਿਆ ਹੋਇਆ ਉਸ ਭ੍ਰਿਸ਼ਟਾਚਾਰ ਤੇ ਨੱਥ ਪਾ ਕੇ ਉਹਨੂੰ ਖਤਮ ਕੀਤਾ ਜਾਵੇ। ਔਰ ਤੀਜਾ ਸਾਡਾ ਏਜੰਡਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੀ ਮਾਨ ਮਰਿਆਦਾ ਬਹਾਲ ਕੀਤੀ ਜਾਵੇ। ਮੈਂ ਬਰੀਫ 'ਚ ਇਹ ਗੱਲ ਤੁਹਾਨੂੰ ਕਹਿਣੀ ਚਾਹੁੰਦਾ। ਇਹ ਤਿੰਨ ਏਜੰਡੇ ਲੈ ਕੇ ਚੱਲੇ ਹਾਂ ਅਸੀਂ, ਸਿਧਾਂਤਾਂ ਦੀ ਲੜਾਈ ਲੜ ਰਹੇ ਹਾਂ। ਸਿਧਾਂਤਾਂ ਦੇ ਲੜ ਕੇ ਅਸੀਂ ਜਿਹੜਾ ਹੈ ਸੰਗਤ ਨੂੰ ਨਾਲ ਲੈ ਕੇ, ਇਹਦੀ ਕੋਈ ਕਾਰਨ ਨਹੀਂ ਹੈ। ਜੰਮੂ ਤੁਸੀਂ ਕਹਿਣਾ ਇਹਦੇ ਬਾਰੇ ਜੋ ਬਰਾੜ ਸਾਹਿਬ ਕਹਿ ਰਹੇ? ਬਰਾੜ ਸਾਹਿਬ ਜਿਹੜੀਆਂ ਗੱਲਾਂ ਕਰ ਰਹੇ ਨਾ, ਜਦੋਂ SGPC ਦੀਆਂ ਚੋਣਾਂ ਹੋਣੀਆਂ ਉਹ ਵੋਟਰਾਂ ਨਾਲ ਹੋਣੀਆਂ ਜੀ, ਤੇ ਅਜੇ ਜਿਹੜੇ ਇਕੱਠੇ ਹੋਏ ਆ, ਅਜੇ ਵੋਟਾਂ ਬਣਨ ਦਾ ਕੰਮ ਨਹੀਂ ਹੋਇਆ। ਨਾ ਹੀ ਅਜੇ ਇਹਨਾਂ ਦਾ ਜਿਹੜਾ ਦਲ ਹੈ ਜਾਂ ਜਿਹੜਾ ਇਹਨਾਂ ਨੇ ਅਲਾਈਅੰਸ ਬਣਾਇਆ ਉਹਦੀ ਇਸ ਲੈਵਲ ਤੱਕ ਪਕੜ ਹੈ। ਇਹ ਲੰਮੀ ਡਗਰ ਹੈ। ਇਹਦੇ ਤੇ ਇਹਨਾਂ ਨੇ ਅਜੇ ਸ਼ੁਰੂਆਤ ਕੀਤੀ ਹੈ। ਕਰੋਨਾ ਮਹਾਮਾਰੀ ਦੇ ਵਿੱਚ ਸਾਰਾ ਕੰਮ ਰੁਕਿਆ ਸੀਗਾ। ਸਵਾਲ ਇਹ ਹੈ ਇਹਨੂੰ ਅੱਗੇ ਕਿੰਨਾ ਵਿਸ਼ਾਲ ਕਰਨਗੇ। ਇਹਨਾਂ ਨੇ ਅਕਾਲੀ ਦਲ ਕੋਲ ਇੱਕ ਮਸ਼ੀਨਰੀ ਆ, ਲੰਮੇ ਸਮੇਂ ਦਾ ਤਜਰਬਾ, ਇਹ ਜਿਹੜਾ ਕਿ ਉਹਨਾਂ ਕੋਲ ਜ਼ਿਆਦਾ ਹੈਗਾ। ਇਹਨਾਂ ਨੇ ਉਹਨਾਂ ਦੇ ਬਰਾਬਰ ਪਹੁੰਚਣਾ, ਉਹਨਾਂ ਤੋਂ ਅੱਗੇ ਨਿਕਲਣਾ। ਅੱਗੇ ਨਿਕਲਦੀ ਲੜਾਈ ਦੇ ਵਿੱਚ ਕਿੰਨਾ ਅੱਗੇ ਨਿਕਲਦੇ ਅਗਲੇ ਦਿਨਾਂ 'ਚ ਪਤਾ ਲੱਗਣਾ। ਹਾਲ ਦੀ ਘੜੀ ਇਹਨਾਂ ਨੂੰ ਕਾਫੀ ਕੁਝ ਸਫ਼ਰ ਤੈਅ ਕਰਨਾ ਪੈਣਾ ਜੇ ਇਹਨਾਂ ਨੇ ਮੁਕਾਬਲਾ ਕਰਨਾ। ਕੇਵਲ ਇੱਕ ਦੋ ਸੈਮੀਨਾਰਾਂ ਨਾਲ, ਇੱਕ ਦੋ ਕਾਨਫਰੰਸਾਂ ਨਾਲ ਇਹਨਾਂ ਦਾ ਕੰਮ ਚੱਲਣਾ ਨਹੀਂਗਾ। ਪੰਜਾਬ ਦੇ 22 ਜ਼ਿਲ੍ਹੇ ਨੇ, 22 ਜ਼ਿਲ੍ਹਿਆਂ ਦੇ ਵਿੱਚ ਇਹਨਾਂ ਨੂੰ ਸੋਚਣਾ ਪੈਣਾ, ਹੁਣ ਤੋਂ ਹੀ ਸੋਚਣਾ ਪੈਣਾ, ਹੁਣ ਤੋਂ ਹੀ ਆਪਣੀਆਂ ਵੋਟਾਂ ਬਣਾਉਣੀਆਂ ਪੈਣੀਆਂ। ਜੇ ਵੋਟਾਂ ਬਣਾਉਣ ਦੇ ਮਾਮਲੇ 'ਚ ਇਹਨਾਂ ਮਾਰ ਖਾਧੀ ਤਾਂ ਇਹ ਚੋਣਾਂ ਦੇ ਵਿੱਚ ਚੰਗੇ ਨਤੀਜੇ ਨਹੀਂ ਨਿਕਲਣਗੇ। ਇਸ ਕਰਕੇ ਜਿਨ੍ਹਾਂ ਨਾਲ ਮਾਮਲਾ ਹੈ ਉਹਨਾਂ ਕੋਲ ਪੈਸਾ ਵੀ ਆ, ਉਹਨਾਂ ਕੋਲ ਸਾਰਾ ਆਧਾਰੀ ਢਾਂਚਾ ਵੀ ਆ। ਇਸ ਕਰਕੇ ਇਹਨਾਂ ਨੂੰ ਮੁਕਾਬਲੇ ਦਾ ਆਧਾਰੀ ਢਾਂਚਾ ਬਣਾਉਣ ਦੀ ਲੋੜ ਪਏਗੀ। ਜੇ ਉਹ ਨਹੀਂ ਬਣਾਉਣਗੇ ਤਾਂ ਇਹ ਸਿਰੇ ਨਹੀਂ। ਤੁਸੀਂ ਇਹਦੇ ਬਾਰੇ ਕੁਝ ਕਹਿਣਾ? ਮੈਂ ਜਵਾਬ ਦੇਣਾ ਚਾਹੁੰਦਾ। ਜੀ ਬਿਲਕੁਲ ਬਹੁਤ ਵਧੀਆ ਸਵਾਲ ਕੀਤਾ ਜੰਮੂ ਸਾਹਿਬ ਨੇ, ਬਹੁਤ ਵਧੀਆ ਇਹਨਾਂ ਨੇ ਇੱਕ ਸਾਨੂੰ ਰਾਹ ਦਿਖਾਇਆ ਕਿ ਕੀ ਕਰਨ ਦੀ ਲੋੜ ਹੈ। ਨੰਬਰ 1 ਤਾਂ ਜੰਮੂ ਸਾਹਿਬ ਜਿਹੜੀ ਗੱਲ ਤੁਸੀਂ ਕਰਦੇ ਹੋ ਸ਼੍ਰੋਮਣੀ ਅਕਾਲੀ ਦਲ ਬਾਦਲ ਦਲ ਦੀ, ਮੈਂ ਫਿਰ ਸ਼੍ਰੋਮਣੀ ਅਕਾਲੀ ਦਲ ਮੂੰਹ ਚੜਿਆ ਹੋਇਆ ਬਾਦਲ ਦਲ ਦੀ ਗੱਲ ਕਰਦੇ ਹਾਂ। ਉਹ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਐਲਾਨ ਹੋਣੀਆਂ ਨੇ ਨਾ ਜੀ, ਜਿਹੜਾ ਇਹਨਾਂ ਦਾ ਕਿਲਾ ਢਹਿ ਢੇਰੀ ਹੋ ਜਾਣਾ। ਜਿਹੜਾ ਇਹਨਾਂ ਦਾ ਕੇਡਰ ਹੈ, ਤਕਰੀਬਨ ਜ਼ਿਆਦਾ ਕੇਡਰ ਹੁਣ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟ ਦੇ ਨਾਲ ਚੱਲਣ ਵਾਸਤੇ ਤਿਆਰ ਬੈਠਾ। ਸਿਰਫ ਉਹ ਇੱਕ ਢੀਕਦੇ ਨੇ ਕਿ ਕੋਈ ਚੰਗਾ ਤਕੜਾ ਪਲੇਟਫਾਰਮ। ਅਕਾਲੀ ਦਲ ਡੈਮੋਕ੍ਰੈਟਿਕ ਨੂੰ ਜ਼ਿਆਦਾ ਹੰਗਾਰਾ ਮਾਲਵੇ 'ਚ ਹੈ ਕਿ ਬਾਕੀ ਸਾਰੇ ਹਿੱਸਿਆਂ 'ਚ? ਨਹੀਂ, ਸਾਨੂੰ ਸਾਰੇ 'ਚ ਮਿਲ ਰਿਹਾ ਜੀ। ਮਾਲਵੇ 'ਚ ਤਾਂ ਬਹੁਤ ਜ਼ਿਆਦਾ ਹੰਗਾਰਾ ਹੈ, ਔਰ ਦੁਆਬੇ 'ਚ ਔਰ ਮਾਝੇ 'ਚ ਵੀ ਸਾਨੂੰ ਬਹੁਤ ਵਧੀਆ ਹੰਗਾਰਾ ਮਿਲ ਰਿਹਾ, ਕਿਉਂਕਿ ਬ੍ਰਹਮਪੁਰਾ ਸਾਹਿਬ ਬੈਠੇ ਨੇ ਮਾਝੇ 'ਚ, ਔਰ ਉਹਨਾਂ ਨੇ ਬੜਾ ਕਲੀਅਰ ਕੱਟ ਕਹਿਤਾ ਕਿ ਜੀ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਤਾਂ ਨਾਲ ਲੜਾਂਗੇ, ਅਸੀਂ ਆਉਣ ਵਾਲੀ 22 ਦੀਆਂ ਇਲੈਕਸ਼ਨਾਂ 'ਚ ਵੀ ਅਲਾਇੰਸ ਕਰਾਂਗੇ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟ ਨਾਲ। ਸੋ ਉਹਨਾਂ ਦਾ ਆਧਾਰ ਹੈਗਾ ਮਾਝੇ 'ਚ। ਨਾਲ ਜਿਹੜੇ ਸਾਡੇ ਲੀਡਰ ਸਾਹਿਬਾਨ ਨੇ, ਅਸੀਂ ਕਈ ਹੁਣ ਜਥੇਬੰਦੀਆਂ ਨਾਲ ਲਾਈਆਂ ਨੇ, ਉਹਨਾਂ ਸਾਰਿਆਂ ਦਾ ਆਧਾਰ ਹੈਗਾ। ਸੋ ਦੁਆਬੇ 'ਚ ਵੀ ਔਰ ਮਾਝੇ 'ਚ ਵੀ ਔਰ ਮਾਲਵੇ 'ਚ ਵੀ ਬਹੁਤ ਜ਼ਿਆਦਾ ਲੋਕਾਂ ਦੇ ਸਾਨੂੰ ਜਿਹੜੇ ਹੈਗੇ ਰਿਸਪੌਂਸ ਮਿਲ ਰਿਹਾ। ਜਾਂਦੇ ਆ ਰੋਜ਼ ਢੀਂਡਸਾ ਸਾਹਿਬ ਦੀਆਂ ਮੀਟਿੰਗ। ਤੁਸੀਂ 22 ਦੀ ਇਲੈਕਸ਼ਨ ਦੀ ਗੱਲ ਕੀਤੀ ਹੈ ਵਿਧਾਨ ਸਭਾ ਦੀ, ਤਾਂ ਜਿਸ ਤਰ੍ਹਾਂ ਅਸੀਂ ਪਿਛਲੀਆਂ 2017 ਦੀਆਂ ਜਾਂ 2000 ਉਸ ਤੋਂ ਪਹਿਲਾਂ ਦੀਆਂ ਜਿਹੜੀਆਂ ਚੋਣਾਂ ਦੇਖੀਆਂ ਹੈਗੀਆਂ, ਔਰ ਉਹਦੇ ਵਿੱਚ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਨੂੰ ਪੰਜਾਬ 'ਚ ਬੜਾ ਲੋਕਾਂ ਨੇ ਹੰਗਾਰਾ ਦਿੱਤਾ, ਕਿਉਂਕਿ ਪੰਜਾਬ ਦੇ ਜਿਹੜੇ ਲੋਕ ਆ ਉਹ ਤੀਸਰੀ ਧਿਰ ਜਾਂ ਤੀਸਰਾ ਬਦਲ ਜਿਹੜਾ ਉਹ ਦੇਖਣਾ ਚਾਹੁੰਦੇ ਆ। ਤੇ ਕੀ ਅਕਾਲੀ ਦਲ ਡੈਮੋਕ੍ਰੈਟਿਕ ਤੀਸਰਾ ਬਦਲ ਬਣੇਗਾ? ਨੰਬਰ 1। ਨੰਬਰ 2, ਕੀ ਕਿ ਜਿਹੜਾ ਪ੍ਰਵਾਸੀ ਭਾਈਚਾਰਾ ਸਾਡਾ ਜਿਹੜਾ ਕਿ ਇਹ ਚਾਹੁੰਦਾ ਹੈ, ਉਹ ਉਦੋਂ ਵੀ ਤਬਦੀਲੀ ਚਾਹੁੰਦਾ ਸੀ, ਤਾਂ ਉਹਨਾਂ ਬੜੇ ਖੁੱਲ੍ਹ ਦਿਲੀ ਨਾਲ ਜਿਹੜੇ ਪ੍ਰਵਾਸੀ ਭਾਈਚਾਰਾ ਸੀ ਉਹਨਾਂ ਨੇ ਆਮ ਆਦਮੀ ਪਾਰਟੀ ਦੀ ਹਮਾਇਤ ਕੀਤੀ, ਫੰਡ ਦੇ ਪੱਖੋਂ ਵੀ ਔਰ ਦੂਸਰੇ ਪੱਖ ਤੋਂ ਵੀ। ਤੇ ਤੁਹਾਨੂੰ ਕੀ ਲੱਗਦਾ ਹੈ ਕਿ ਅਕਾਲੀ ਦਲ ਡੈਮੋਕ੍ਰੈਟਿਕ ਨੂੰ ਉਸ ਤਰ੍ਹਾਂ ਦਾ ਹੰਗਾਰਾ ਪ੍ਰਵਾਸੀ ਭਾਈਚਾਰੇ ਵੱਲੋਂ ਵੀ ਮਿਲੇਗਾ? ਦੇਖੋ ਜੀ, ਇਹਦੇ 'ਚ ਦੋ ਗੱਲਾਂ ਨੇ। ਆਪਣੇ ਕੋਲ ਸਮਾਂ ਥੋੜਾ ਸੰਖੇਪ ਰੱਖਿਓ। ਜੰਡੂ ਸਾਹਿਬ, ਗੱਲਾਂ ਦੋ ਨੇ ਜੀ। ਇੱਕ ਤਾਂ ਦੇਖੋ ਗੱਲ ਇਹ ਹੈ ਕਿ ਪੰਜਾਬ 'ਚ ਕੋਈ ਵੀ ਇੱਕ ਪਾਰਟੀ ਸਰਕਾਰ ਨਹੀਂ ਬਣਾ ਸਕਦੀ ਜੀ, ਭਾਵੇਂ ਅਸੀਂ ਆ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੈਟਿਕ, ਭਾਵੇਂ ਆਮ ਆਦਮੀ ਪਾਰਟੀ ਹੈ, ਭਾਵੇਂ ਕੋਈ ਹੋਰ ਹੈ ਜੀ। ਇੱਥੇ ਤੀਜਾ ਬਦਲ ਤੀਜੇ ਫਰੰਟ ਦੇ ਰੂਪ 'ਚ ਹੀ ਜਿਹੜਾ ਹੈ ਕਾਮਯਾਬ ਹੋਣ ਦੀ ਸੰਭਾਵਨਾ ਹੈ, ਨਾ ਕਿ ਕੋਈ ਇਕੱਲੀ ਪਾਰਟੀ ਕਰਦੀ ਹੈ ਜੀ। ਆਮ ਆਦਮੀ ਪਾਰਟੀ ਨੂੰ ਵੀ ਇਹ ਸੋਚਣ ਦੀ ਲੋੜ ਹੈ। ਅਸੀਂ ਵੀ ਇਹ ਸੋਚ ਰਹੇ ਹਾਂ, ਬਹੁਜਨ ਸਮਾਜ ਪਾਰਟੀ ਵਾਲੇ ਵੀ ਕੰਟੈਕਟ ਕਰਨ ਦੀ ਕੋਸ਼ਿਸ਼ ਕਰ ਰਹੇ ਨੇ,
ਔਰ ਦੂਜੀਆਂ ਪਾਰਟੀਆਂ ਰਵਾਇਤੀ ਪਾਰਟੀਆਂ ਵੀ ਕੋਸ਼ਿਸ਼ ਕਰ ਰਹੀਆਂ ਨੇ ਵੀ ਅਸੀਂ ਜਿਹੜੀਆਂ ਬਹੁਜਨ ਸਮਾਜ ਪਾਰਟੀ ਜਾਂ ਕਮਿਊਨਿਸਟ ਜਾਂ ਸਾਰਿਆਂ ਨੂੰ ਰਲਾ ਕੇ ਕੋਈ ਫਰੰਟ ਬਣਾਈਏ ਜੀ। ਕਿਉਂਕਿ ਹੁਣ ਲੋਕ ਇੰਨੇ ਸਿਆਣੇ ਹੋ ਚੁੱਕੇ ਨੇ, ਲੋਕ ਕਿਸੇ ਇੱਕ ਪਾਰਟੀ ਤੇ ਇਤਬਾਰ ਨਹੀਂ ਕਰਦੇ। ਲੋਕ ਚਾਹੁੰਦੇ ਨੇ ਕਿ ਇੱਕ ਸਾਫ਼ ਸੁਥਰਾ ਫਰੰਟ ਬਣੇ, ਫਰੰਟ ਬਣ ਕੇ ਉਹਦੇ ਹਿਸਾਬ ਨਾਲ ਜਿਹੜਾ ਹੈਗਾ ਇੱਕ ਸਾਫ਼ ਸੁਥਰੀ ਸਰਕਾਰ ਬਣੇ, ਇੱਕ ਦੂਜੇ ਤੇ ਚੈੱਕ ਹੋਵੇ। ਜਦੋਂ ਫਰੰਟ ਬਣੂਗਾ ਇੱਕ ਦੂਜੇ ਤੇ ਚੈੱਕ ਹੋਊਗਾ, ਟਰਾਂਸਪੇਰੈਂਸੀ ਵਧਣ ਦੇ ਚਾਂਸ ਵੱਧ ਜਾਂਦੇ ਨੇ। ਸੋ ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੈਟਿਕ ਨੂੰ ਬਹੁਤ ਵਧੀਆ ਹੁੰਗਾਰਾ ਮਿਲ ਰਿਹਾ, ਤੇ ਕੋਈ ਸ਼ੱਕ ਨਹੀਂ। ਇਹ ਪ੍ਰਵਾਸੀ ਭਾਈਚਾਰੇ ਵੱਲ ਪ੍ਰਵਾਸੀ ਭਾਈਚਾਰੇ 'ਚ ਬਹੁਤ ਵਧੀਆ ਹੁੰਗਾਰਾ ਮਿਲ ਰਿਹਾ ਹੈ ਜੀ। ਸਾਰੇ ਸਾਨੂੰ ਆ ਸੁਣਦੇ ਨੇ, ਤੁਹਾਡੇ ਲੋਕ ਸੁਣਨਗੇ। ਮੈਂ ਸੁਨੇਹਾ ਵੀ ਦਿੰਦਾ ਕਿ ਪ੍ਰਵਾਸੀ ਭਾਈਚਾਰੇ ਨੂੰ ਕਿ ਅਸੀਂ ਬਹੁਤ ਸਾਫ਼ ਸੁਥਰਾ ਟਰਾਂਸਪੇਰੈਂਟ ਸਿਸਟਮ ਲਿਆਉਣਾ ਚਾਹੁੰਦੇ ਹਾਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਵੀ ਜੋ ਸੁਧਾਰ ਕਰਨਾ ਚਾਹੁੰਦੇ ਹਾਂ, ਔਰ ਜੋ ਪੰਜਾਬ ਮੰਗਦਾ ਹੈ, ਜਿਸ ਪਾਸੇ ਪੰਜਾਬ ਦੇਖ ਰਿਹਾ ਹੈ, ਉਹ ਵੀ ਜਿਹੜੀਆਂ ਇੱਛਾਵਾਂ ਨੇ ਸਾਡਾ ਪੂਰਾ ਕਰਨ ਦਾ ਪੂਰੇ ਮਨਸੂਬੇ ਨੇ, ਸਾਨੂੰ ਉਸ ਤੇ ਕਾਮਯਾਬ ਕਰੋ। ਅਸੀਂ ਬਿਲਕੁਲ ਨਹੀਂ ਕਹਿੰਦੇ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੈਟਿਕ ਦੀ ਨਿਰੋਲ ਸਰਕਾਰ ਬਣਾਉਣੀ ਆ। ਅਸੀਂ ਕਹਿੰਦੇ ਆ ਕਿ ਅਸੀਂ ਫਰੰਟ ਦੀ ਸਰਕਾਰ ਬਣਾਉਣੀ ਆ, ਤੀਜੇ ਫਰੰਟ ਦੀ, ਜਿਹਦੇ 'ਚ ਟਰਾਂਸਪੇਰੈਂਸੀ ਨਾਲ ਕੰਮ ਹੋਵੇ, ਲੋਕਾਂ ਦੀਆਂ ਖਾਸ਼ਾਂ ਪੂਰੀਆਂ ਹੋਣ, ਲੋਕਾਂ ਦੇ ਉਹੀ ਪੁਰਾਣਾ ਪੰਜਾਬ ਜਿਹੜਾ ਹੈ ਅਸੀਂ ਉਹਨੂੰ ਸੁਰਜੀਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਜੰਮੂ ਜੀ, ਤੁਸੀਂ ਵੀ ਸੰਖੇਪ 'ਚ ਜੋ ਕੁਝ ਬਰਾੜ ਸਾਹਿਬ ਨੇ ਕਿਹਾ ਹੈਗਾ ਉਹ ਬਰਾੜ ਸਾਹਿਬ ਦੀ ਇੱਛਾ ਹੈ ਵੀ ਇਵੇਂ ਦਾ ਫਰੰਟ ਬਣਨਾ ਚਾਹੀਦਾ। ਪੰਜਾਬ ਦੇ ਲੋਕਾਂ ਦਾ ਵੀ ਇਹ ਹੈ ਐਟੀਟਿਊਡ, ਚਾਹੁੰਦੇ ਆ ਕਿ ਉਹ ਤੀਜਾ ਫਰੰਟ ਬਣੇ, ਜਿਹੜਾ ਕਾਂਗਰਸ ਤੇ ਜਿਹੜਾ ਅਕਾਲੀ ਦਲ ਦਾ ਬਦਲ ਬਣੇ। ਇਹਦੇ 'ਚ ਬਦਲ ਬਣਾਉਣ ਲਈ ਮੈਨੂੰ ਲੱਗਦਾ ਵੀ ਅਜੇ ਇਹ ਸ਼ੁਰੂਆਤ ਇਹਨਾਂ ਦੀ ਹੈਗੀ ਹੈ, ਸ਼ੁਰੂਆਤ ਅੱਛੀ ਹੈ। ਕੱਲ ਇਹ ਹੈਗਾ ਲੋਕਾਂ ਦੀਆਂ ਆਸ਼ਾਵਾਂ ਤੇ ਸਿਰ ਕਿਵੇਂ ਉਤਰਨਾ, ਉਹਦੇ ਲਈ ਉਹਨਾਂ ਦੇ ਕੀ ਮਸਲੇ ਨੇ। ਮਤਲਬ ਪੰਜਾਬ ਦੇ ਕਿਸਾਨ ਇਸ ਵੇਲੇ ਅੰਦੋਲਨ ਕਰ ਰਹੇ ਨੇ, ਉਹਨਾਂ ਬਾਰੇ ਇਹਨਾਂ ਦਾ ਕੀ ਐਟੀਟਿਊਡ ਆ, ਉਹਨਾਂ ਦੇ ਹੱਕ ਦੇ ਵਿੱਚ ਕਿੱਥੋਂ ਤੱਕ ਇਹ ਜਾਣ ਲਈ ਤਿਆਰ ਹੈ। ਇਹ ਬਹੁਤ ਸਾਰੀਆਂ ਪੰਜਾਬ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਨੇ, ਉਹਨਾਂ ਸਾਰੀਆਂ ਸਮੱਸਿਆਵਾਂ ਦੀ ਇਹ ਨਿਸ਼ਾਨਦੇਹੀ ਕਰਕੇ ਉਹਨਾਂ ਦੇ ਉੱਪਰ ਜੇ ਵੱਡਾ ਫਰੰਟ ਬਣਾਉਣਗੇ ਫਿਰ ਕੋਈ ਬਣ ਸਕਦੀ ਆ। ਪਰ ਹਾਲ ਦੀ ਘੜੀ ਮੈਨੂੰ ਲੱਗਦਾ ਵੀ ਅਜੇ ਹੋਰ ਸਮਾਂ ਲੱਗੇਗਾ ਇਹਨੂੰ ਫਰੰਟ। ਮੈਂ 1 ਮਿੰਟ ਦੇਣਾ ਸੀ ਜਵਾਬ ਜਿਹੜਾ ਇਹਨਾਂ ਦੇ ਸੰਖੇਪ ਜੀ, ਜਿਹੜੀ ਸਮਾਂ ਖਤਮ ਹੋ ਗਿਆ। ਐਜੀਟੇਸ਼ਨ ਦੀ, ਫਾਰਮਰ ਐਜੀਟੇਸ਼ਨ ਦੀ ਗੱਲ ਜੰਮੂ ਸਾਹਿਬ ਤੁਸੀਂ ਕੀਤੀ ਹੈ। ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟ ਪਹਿਲਾ ਉਹ ਦਲ ਹੈ ਜਿਹਨੇ ਅਨਕੰਡੀਸ਼ਨਲ ਸਪੋਰਟ ਦਿੱਤੀ ਸੀਗੀ ਕਿਸਾਨ ਐਜੀਟੇਸ਼ਨ ਨੂੰ, ਕਿਸਾਨ ਯੂਨੀਅਨ ਲੀਡਰਾਂ ਨੂੰ। ਅੱਜ ਵੀ ਸਾਡੇ ਵਰਕਰ ਕਿਸਾਨ ਬਣ ਕੇ ਉੱਥੇ ਜਾਂਦੇ ਨੇ। ਬਿਲਕੁਲ ਕੋਈ ਅਸੀਂ ਆਪਦਾ ਬੈਨਰ, ਕੋਈ ਝੰਡਾ ਕੁਛ ਨਹੀਂ ਲੈ ਕੇ ਜਾਂਦੇ। ਉਹਦੀ ਨਿਸ਼ਾਨੀ ਇਹ ਹੈ ਕਿ ਪਰਮਿੰਦਰ ਸਿੰਘ ਢੀਂਡਸਾ ਨੂੰ ਪਹਿਲਾਂ ਵੀ ਸ਼ੰਭੂ ਵਾਲੇ ਨੇ ਬੁਲਾਇਆ ਸੀ, 22 ਤਰੀਕ ਨੂੰ ਫੇਰ ਸ਼ੰਭੂ ਵਾਲੇ ਨੇ ਬੁਲਾਇਆ ਉਹਨਾਂ ਨੂੰ। ਪਰਮਿੰਦਰ ਸਿੰਘ ਢੀਂਡਸਾ ਕੇਵਲ ਮੈਂ ਸਮਝਦਾ ਪੋਲੀਟੀਕਲ ਲੀਡਰ ਨੇ ਜਿਨ੍ਹਾਂ ਨੂੰ ਉਹ ਸਟੇਜ ਤੇ ਬੁਲਾ ਕੇ ਬੁਲਾਉਂਦੇ ਨੇ। ਸੋ ਇਸ ਕਰਕੇ ਅਸੀਂ ਜਿਹੜਾ ਬਗੈਰ ਕਿਸੇ ਸ਼ਰਤ ਦੇ ਨਾਲ ਆ ਜਿਹੜਾ ਕਿਸਾਨ ਜਿਹੜੇ ਐਜੀਟੇਸ਼ਨ ਦੇ, ਔਰ ਉਹਨਾਂ ਦੇ ਨਾਲ ਜੋ ਵੀ ਢੀਂਡਸਾ ਸਾਹਿਬ ਕਰ ਸਕਦੇ ਨੇ, ਪਾਰਟੀ ਕਰ ਸਕਦੀ ਹੈ, ਉਹ ਕਰ ਰਹੀ ਹੈ। ਇੱਥੇ ਅਸੀਂ ਅੱਜ ਦੀ ਜਿਹੜੀ ਹੈ ਚਰਚਾ, ਉਹਨੂੰ ਅੱਜ ਦੀ ਗੱਲਬਾਤ ਹੈ ਉਹਨੂੰ ਸਮਾਪਤ ਕਰਾਂਗੇ। ਜਿਸ ਤਰ੍ਹਾਂ ਬਰਾੜ ਸਾਹਿਬ ਨੇ ਦੱਸਿਆ ਕਿ ਅਕਾਲੀ ਦਲ ਡੈਮੋਕ੍ਰੈਟਿਕ ਦੇ ਕੀ ਉਦੇਸ਼ ਨੇ, ਕੀ ਮਕਸਦ ਨੇ, ਔਰ ਕਿਸ ਤਰ੍ਹਾਂ ਸ਼੍ਰੋਮਣੀ ਕਮੇਟੀ 'ਚ ਉਹ ਸੁਧਾਰ ਚਾਹੁੰਦੇ ਆ, ਔਰ ਕਿਸ ਤਰ੍ਹਾਂ ਪੰਜਾਬ ਦੇ ਵਿੱਚ ਉਹ ਅੱਗੇ ਰਾਜਸੀ ਤੌਰ ਤੇ ਵਧਣਾ ਚਾਹੁੰਦੇ ਆ, ਔਰ ਜਿਸ ਤਰ੍ਹਾਂ ਜੰਮੂ ਜੀ ਨੇ ਉਹਦੇ 'ਚ ਆਪਣੀ ਰਾਏ ਦਿੱਤੀ ਹੈਗੀ ਆ। ਇੱਥੇ ਅਸੀਂ ਆਪਣੀ ਚਰਚਾ ਨੂੰ ਸਮਾਪਤ ਕਰਦੇ ਹੋਏ ਹੁਣ ਮੈਂ ਤੁਹਾਡੇ ਤੋਂ ਆਗਿਆ ਲਵਾਂਗਾ। ਤੁਹਾਡੇ ਸਾਰਿਆਂ ਦਾ ਧੰਨਵਾਦ, ਔਰ ਸਾਡੇ ਵਿਸ਼ੇਸ਼ ਮਹਿਮਾਨ ਬਰਾੜ ਸਾਹਿਬ ਦਾ ਵੀ ਬਹੁਤ ਧੰਨਵਾਦ ਕਿ ਉਹ ਆਪਣੇ ਸਮੇਂ 'ਚੋਂ ਸਮਾਂ ਕੱਢ ਕੇ ਸਾਡੇ ਕੋਲ ਆਏ ਤੇ ਉਹਨਾਂ ਨੇ ਆਪਣੇ ਜਿਹੜੇ ਵਿਚਾਰ ਸੀਗੇ ਉਹ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ।